ਹੈਲੋ ਸਾਰਿਆਂ ਨੂੰ, ਜੈ ਮਸੀਹ ਦੀ, ਪ੍ਰੇਜ਼ ਦ ਲਾਰਡ, ਸ਼ਾਲੋਮ। ਪਰਮੇਸ਼ਰ ਆਪ ਨੂੰ ਆਸ਼ੀਸ਼ ਦੇਵੇ। ਔਰ ਸੱਚਮੁੱਚ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਆਪਣੇ ਵਚਨਾਂ ਦੇ ਰਾਹੀਂ ਸਾਡੇ ਨਾਲ ਲਗਾਤਾਰ ਗੱਲ ਕਰ ਰਹੇ ਨੇ। ਔਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਉਹਦਾ ਵਚਨ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ। ਪਰਮੇਸ਼ਰ ਆਪਣੇ ਨਾਮ ਨਾਲੋਂ ਵੀ ਜ਼ਿਆਦਾ ਆਪਣੇ ਵਚਨ ਨੂੰ ਆਦਰ ਦਿੰਦਾ ਹੈ। ਸੋ ਜਿੰਨੇ ਭੈਣ ਭਰਾ ਅੱਜ ਸਾਡੇ ਨਾਲ ਤੁਸੀਂ ਇਸ ਵਚਨ ਦੇ ਵਿੱਚ ਸ਼ਾਮਿਲ ਹੋਏ ਹੋ, ਮੈਂ ਸਭ ਦਾ ਸਵਾਗਤ ਕਰਦਾ ਪ੍ਰਭੂ ਯੀਸ਼ੂ ਮਸੀਹ ਦੇ ਸਮਰਥੀ ਨਾਮ ਵਿੱਚ। ਔਰ ਮੈਂ ਜਾਣਦਾ ਕਿ ਤੁਸੀਂ ਸਾਰੇ ਪ੍ਰਭੂ ਦੇ ਵਚਨ ਨੂੰ ਪਿਆਰ ਕਰਨ ਵਾਲੇ ਹੋ। ਔਰ ਜਿਹੜਾ ਪਰਮੇਸ਼ਰ ਦੇ ਵਚਨ ਨੂੰ ਪਿਆਰ ਕਰਦਾ ਹੈ ਉਹ ਪਰਮੇਸ਼ਰ ਨੂੰ ਪਿਆਰ ਕਰਦਾ ਹੈ। ਮੇਰੇ ਪਿਆਰਿਓ, ਪਰਮੇਸ਼ਰ ਤੁਹਾਨੂੰ ਅੱਜ ਆਪਣੇ ਵਚਨਾਂ ਦੇ ਰਾਹੀਂ ਆਸ਼ੀਸ਼ ਦੇਵੇਗਾ, ਮੈਂ ਵਿਸ਼ਵਾਸ ਕਰਦਾ ਹਾਂ। ਸੱਚਮੁੱਚ ਅਸੀਂ ਅੱਜ ਦੇ ਵਚਨ ਤੋਂ ਬਰਕਤ ਪਾਵਾਂਗੇ ਜੋ ਪਰਮੇਸ਼ਰ ਨੇ ਮੈਨੂੰ ਸਿਖਾਇਆ ਹੈ। ਮੈਂ ਚਾਹੁੰਦਾ ਕਿ ਤੁਸੀਂ ਉਸ 'ਤੇ ਧਿਆਨ ਦਿਓ। ਆਓ ਅਸੀਂ ਇਸ ਵਚਨ ਦੇ ਨਾਲ ਅਫੀਸੀਆਂ ਦੀ ਕਿਤਾਬ ਦੇ 3 ਅਧਿਆਏ ਤੇ ਉਹਦੇ 19 ਵਚਨ ਦੇ ਨਾਲ ਅਸੀਂ ਅੱਜ ਦੇ ਵਚਨ ਨੂੰ ਸ਼ੁਰੂ ਕਰਾਂਗੇ। ਆਓ ਅਸੀਂ ਪੜ੍ਹੀਏ ਔਰ ਇਸ 'ਤੇ ਧਿਆਨ ਦਈਏ। ਅਫੀਸੀਆਂ ਦੀ ਕਿਤਾਬ ਉਸ ਦਾ 3 ਅਧਿਆਏ ਤੇ ਉਸ ਦਾ 19 ਵਚਨ ਇੱਥੇ ਲਿਖਿਆ ਹੈ, ਅਤੇ ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰ੍ਹਾਂ ਜਾਣ ਸਕੋ, ਭਾਈ ਤੁਸੀਂ ਪਰਮੇਸ਼ਵਰ ਦੀ ਸਾਰੀ ਭਰਪੂਰੀ ਤੱਕ ਭਰਪੂਰ ਹੋ ਜਾਓ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਹੈ। ਪਰਮੇਸ਼ਰ ਦਾ ਵਚਨ ਇਸ ਜਗ੍ਹਾ 'ਤੇ ਸਾਨੂੰ ਦੱਸਦਾ ਹੈ ਕਿ ਤੁਸੀਂ ਪਰਮੇਸ਼ਵਰ ਦੀ ਸਾਰੀ ਭਰਪੂਰੀ ਦੇ ਨਾਲ ਕੀ ਹੋ ਜਾਓ? ਭਰਪੂਰ ਹੋ ਜਾਓ। ਮੇਰੇ ਪਿਆਰੇ ਭੈਣੋ ਭਰਾਵੋ, ਅੱਜ ਜਦ ਕਿ ਅਸੀਂ ਦੇਖਦੇ ਹਾਂ ਕਿ ਲੋਕ ਆਪਣੇ ਆਪ ਨੂੰ ਖਾਲੀ ਮਹਿਸੂਸ ਕਰ ਰਹੇ ਨੇ, ਜਿੱਥੇ ਦੇਖ ਰਹੇ ਨੇ ਕਿ ਅੱਜ ਹਰ ਇਨਸਾਨ ਸੋਚਦਾ ਹੈ ਕਿ ਮੇਰੇ ਕੋਲ ਕੁਝ ਹੋਣਾ ਚਾਹੀਦਾ ਹੈ, ਉੱਥੇ ਉਸੇ ਜਗ੍ਹਾ 'ਤੇ ਪਰਮੇਸ਼ਵਰ ਅੱਜ ਆਪਣੇ ਵਚਨ ਦੇ ਰਾਹੀਂ ਸਾਨੂੰ ਇਸ ਗੱਲ ਦਾ ਪਰਮੇਸ਼ਵਰ ਯਾਦ ਦਿਲਾਉਂਦਾ ਹੈ ਕਿ ਇੱਕ ਚੀਜ਼ ਦੀ ਅਗਰ ਇਨਸਾਨ ਦੇ ਕੋਲ ਘਾਟ ਹੈ, ਅਗਰ ਇਨਸਾਨ ਦੇ ਕੋਲ ਪਰਮੇਸ਼ਵਰ ਦੀ ਭਰਪੂਰੀ ਦੀ ਘਾਟ ਹੈ, ਤਾਂ ਉਹਦੇ ਕੋਲ ਭਾਵੇਂ ਸਭ ਕੁਝ ਹੋਵੇ ਸੰਸਾਰ ਦਾ, ਉਹ ਕਦੀ ਵੀ ਸੈਟੀਸਫਾਈਡ ਨਹੀਂ ਹੋ ਸਕਦਾ। ਮੇਰੇ ਪਿਆਰੇ ਭੈਣੋ ਭਰਾਵੋ, ਪਰਮੇਸ਼ਵਰ ਦਾ ਵਚਨ ਇਸ ਜਗ੍ਹਾ 'ਤੇ ਸਾਨੂੰ ਸਿਖਾਉਂਦਾ ਹੈ। ਬਹੁਤ ਹੀ ਗਹਿਰਾਈ ਦੇ ਨਾਲ ਅਸੀਂ ਇਸ ਗੱਲ ਨੂੰ ਸਿੱਖਾਂਗੇ ਕਿ ਪਰਮੇਸ਼ਵਰ ਦਾ ਵਚਨ ਦੱਸਦਾ ਹੈ ਕਿ ਅਗਰ ਅਸੀਂ ਪਰਮੇਸ਼ਵਰ ਦੀ ਭਰਪੂਰੀ ਨਾਲ ਭਰਪੂਰ ਹਾਂ ਤਾਂ ਸੱਚਮੁੱਚ ਤੁਸੀਂ ਪਰਮੇਸ਼ਵਰ ਦੇ ਇਸ ਵਚਨ ਦੇ ਮੁਤਾਬਕ ਜੋ ਅਸੀਂ ਹੁਣੇ ਪੜ੍ਹਿਆ ਹੈ, ਤੁਸੀਂ ਪਰਮੇਸ਼ਵਰ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰ੍ਹਾਂ ਜਾਣ ਸਕੋਗੇ ਅਤੇ ਪਰਮੇਸ਼ਵਰ ਦੀ ਸਾਰੀ ਭਰਪੂਰੀ ਨਾਲ ਭਰਪੂਰ ਹੋ ਜਾਓਗੇ। ਪਰਮੇਸ਼ਵਰ ਦਾ ਵਚਨ ਸਾਨੂੰ ਹੋਰ ਵੀ ਬਹੁਤ ਕੁਝ ਇਸ ਜਗ੍ਹਾ 'ਤੇ ਸਿਖਾਉਂਦਾ ਹੈ, ਪਰ ਅਸੀਂ ਇਹਨਾਂ ਵਚਨਾਂ 'ਤੇ ਧਿਆਨ ਦੇਵਾਂਗੇ ਕਿ ਪਰਮੇਸ਼ਵਰ ਇਹ ਚਾਹੁੰਦਾ ਹੈ ਕਿ ਅਸੀਂ ਭਰਪੂਰ ਹੋਈਏ। ਕਿਸ ਗੱਲ ਨਾਲ ਭਰਪੂਰ ਹੋਣਾ ਹੈ? ਪਰਮੇਸ਼ਵਰ ਦੀ ਭਰਪੂਰੀ ਦੇ ਨਾਲ। ਤੁਸੀਂ ਜਾਣਦੇ ਹੋ ਕਿ ਅੱਜ ਇਨਸਾਨ ਜਿਹੜਾ ਹੈ ਉਹ ਪਰਮੇਸ਼ਵਰ ਦੀ ਮਹਿਮਾ ਤੋਂ ਰਹਿਤ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਹਰ ਇੱਕ ਨੇ ਪਾਪ ਕੀਤਾ ਤੇ ਪਰਮੇਸ਼ਵਰ ਦੀ ਮਹਿਮਾ ਤੋਂ, ਜਾਣੀ ਕਿ ਉਸ ਦੇ ਪ੍ਰਤਾਪ ਤੋਂ ਰਹਿਤ ਹੋ ਗਏ ਨੇ। ਇਸੇ ਕਾਰਨ ਅੱਜ ਸੰਸਾਰ ਜਿਹੜਾ ਹੈ ਉਹ ਭਟਕ ਰਿਹਾ ਹੈ। ਇਨਸਾਨ ਹਰ ਜਗ੍ਹਾ 'ਤੇ ਭਟਕ ਰਿਹਾ ਹੈ। ਮੇਰੇ ਕੋਲ ਇਹ ਵੀ ਹੋਵੇ, ਮੇਰੇ ਕੋਲ ਉਹ ਵੀ ਹੋਵੇ, ਬਹੁਤ ਸਾਰੀਆਂ ਚੀਜ਼ਾਂ ਲਈ ਅੱਜ ਇਨਸਾਨ ਆਪਣੇ ਅੰਦਰ ਤੜਫ ਰੱਖੇ ਹੋਏ ਹੈ। ਪਤਾ ਹੈ ਕਿਉਂ ਹੈ? ਇਹਦਾ ਇੱਕੋ ਹੀ ਕਾਰਨ ਹੈ। ਇਹਦਾ ਕਾਰਨ ਇਹ ਹੈ ਕਿਉਂਕਿ ਇਨਸਾਨ ਪਰਮੇਸ਼ਵਰ ਦੀ ਭਰਪੂਰੀ ਤੋਂ, ਉਸ ਦੀ ਮਹਿਮਾ ਤੋਂ ਰਹਿਤ ਹੋ ਗਿਆ ਹੈ। ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦ ਤੁਸੀਂ ਅੱਜ ਇਸ ਵਚਨ ਨੂੰ ਸੁਣ ਰਹੇ ਹੋ, ਤੁਹਾਨੂੰ ਮੈਂ ਨਿਯੋਤਾ ਦਿੰਦਾ ਪਰਮੇਸ਼ਵਰ ਦੇ ਵਚਨ ਦੇ ਮੁਤਾਬਕ ਕਿ ਤੁਸੀਂ ਉਸ ਦੀ ਭਰਪੂਰੀ ਦੇ ਨਾਲ ਭਰਪੂਰ ਹੋ ਸਕਦੇ ਹੋ। ਤੁਹਾਡੇ ਲਈ ਇਹ ਮੌਕਾ ਹੈ ਕਿ ਤੁਸੀਂ ਇਹਨਾਂ ਵਚਨਾਂ ਨੂੰ ਜਦ ਸੁਣ ਰਹੇ ਹੋ, ਇਸ ਵਚਨਾਂ ਨੂੰ ਸੁਣਨ ਦੇ ਨਾਲ ਅੱਜ ਇਸ ਮਾਧਿਅਮ ਦੇ ਰਾਹੀਂ ਜਦ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣ ਰਹੇ ਹੋ, ਤਾਂ ਤੁਸੀਂ ਆਪਣੇ ਅੰਦਰ ਇੱਕ ਭੁੱਖ ਤੇ ਪਿਆਸ ਪਰਮੇਸ਼ਵਰ ਦੇ ਲਈ ਲੈ ਕੇ ਆਓ। ਔਰ ਮੈਂ ਦੱਸਣਾ ਚਾਹੁੰਦਾ ਕਿ ਜਦ ਤੁਸੀਂ ਅੱਜ ਆਪਣੇ ਘਰਾਂ ਵਿੱਚ ਬੈਠੇ ਹੋ, ਤੁਸੀਂ ਆਪਣੇ ਘਰਾਂ ਵਿੱਚ ਹੀ ਭਰਪੂਰ ਹੋ ਸਕਦੇ ਹੋ। ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਕਿਤੇ ਜਾਣਾ ਪਏਗਾ ਭਰਪੂਰੀ ਦੇ ਲਈ। ਤੁਹਾਨੂੰ ਪਰਮੇਸ਼ਵਰ ਅੱਜ ਘਰਾਂ ਦੇ ਵਿੱਚ ਬੈਠਿਆਂ ਹੀ ਭਰਪੂਰ ਕਰ ਸਕਦਾ ਹੈ। ਤੁਸੀਂ ਪਰਮੇਸ਼ਵਰ ਦੇ ਨਾਲ ਇਕਾਂਤ ਵਿੱਚ ਬੈਠੋ, ਪ੍ਰਾਰਥਨਾ ਦੇ ਵਿੱਚ ਬੈਠੋ, ਔਰ ਜੋ ਵਚਨ ਅਸੀਂ ਪਿਛਲੇ ਸਾਰੇ ਐਪੀਸੋਡ ਦੇ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ, ਉਹਨਾਂ 'ਤੇ ਇੱਕ ਵਾਰੀ ਫੇਰ ਧਿਆਨ ਦਿੰਦੇ ਹੋਏ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਬੈਠੋ ਔਰ ਦੇਖੋਗੇ ਪਰਮੇਸ਼ਵਰ ਦੀ ਭਰਪੂਰੀ ਤੁਹਾਨੂੰ ਭਰਪੂਰ ਕਰੇਗੀ। ਤੁਸੀਂ ਭਰਪੂਰ ਹੁੰਦੇ ਜਾਓਗੇ, ਆਤਮਾ ਨਾਲ ਭਰਪੂਰ ਹੁੰਦੇ ਜਾਓਗੇ। ਮੈਂ ਇੱਕ ਵਚਨ ਹੋਰ ਪੜ੍ਹਨਾ ਚਾਹੁੰਦਾ ਅਫੀਸੀਆਂ ਦੀ ਕਿਤਾਬ ਦੇ ਵਿੱਚ ਹੀ 5:18 ਆਇਤ ਵਿੱਚ ਅਸੀਂ ਵੇਖਾਂਗੇ। 5:18 ਆਇਤ ਦੇ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਹੈ, ਮੈਂ ਨਾਲ ਮਸਤ ਨਾ ਹੋਵੋ ਜਿਹਦੇ ਵਿੱਚ ਲੁਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ। ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਮੈਂ ਨਾਲ ਮਸਤ ਨਾ ਹੋਵੋ
ਬਲਕਿ ਆਤਮਾ ਨਾਲ ਭਰਪੂਰ ਹੋਵੋ। ਜਿਹੜੀ ਚੀਜ਼ ਨਾਲ ਅੱਜ ਇਨਸਾਨ ਭਰਨਾ ਚਾਹੁੰਦਾ ਹੈ ਉਸ ਨਾਲ ਸਿਰਫ ਪਾਪ ਹੁੰਦਾ ਹੈ। ਪਰ ਜਦੋਂ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਜਾਣਦੇ ਹੋਏ ਕਿ ਪਰਮੇਸ਼ਵਰ ਸਾਨੂੰ ਆਪਣੇ ਰੂਹ ਨਾਲ ਭਰਨਾ ਚਾਹੁੰਦਾ ਹੈ ਤਾਂ ਤੁਸੀਂ ਪਵਿੱਤਰ ਹੁੰਦੇ ਜਾਓਗੇ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਤੁਹਾਨੂੰ ਆਪਣੇ ਆਤਮਾ ਦੀ ਭਰਪੂਰੀ ਦੇ ਨਾਲ ਭਰਪੂਰ ਕਰਨਾ ਚਾਹੁੰਦਾ ਹੈ। ਅੱਜ ਤੱਕ ਬਹੁਤ ਸਾਰੇ ਭੈਣ ਭਾਈ, ਬਹੁਤ ਸਾਰੇ ਵਿਸ਼ਵਾਸੀ ਨੇ ਜਿਨ੍ਹਾਂ ਦੇ ਅੰਦਰ ਇੱਕ ਗਲਤ ਵਿਚਾਰ ਹੈ, ਗਲਤ ਸੋਚ ਹੈ। ਉਸ ਸੋਚ ਨੂੰ ਮੈਂ ਅੱਜ ਪ੍ਰਭੂ ਯੀਸ਼ੂ ਮਸੀਹ ਦੇ ਸਮਰਥੀ ਨਾਮ ਵਿੱਚ ਤੁਹਾਡੇ ਵਿੱਚੋਂ ਕੱਢਣਾ ਚਾਹੁੰਦਾ। ਧਿਆਨ ਦਿਓ ਮੇਰੀ ਗੱਲ ਤੇ। ਪਰਮੇਸ਼ਰ ਦਾ ਵਚਨ ਸਾਨੂੰ ਜੋ ਸਿਖਾਉਂਦਾ ਮੈਂ ਉਹੀ ਗੱਲਾਂ ਤੁਹਾਨੂੰ ਸਿਖਾਵਾਂਗਾ। ਬਹੁਤ ਸਾਰੇ ਲੋਕਾਂ ਦਾ ਭਰੋਸਾ ਅੱਜ ਮਨੁੱਖਾਂ ਦੇ ਉੱਤੇ ਹੈ। ਉਹ ਸੋਚਦੇ ਨੇ ਕਿ ਅਸੀਂ ਫਲਾਣੀ ਕਲੀਸਿਆ ਵਿੱਚ ਜਾਂਦੇ ਹਾਂ, ਅਸੀਂ ਵੱਡੀ ਕਲੀਸਿਆ ਜਾਂਦੇ ਹਾਂ ਔਰ ਉੱਥੇ ਬਹੁਤ ਆਤਮਾ ਦੀ ਭਰਪੂਰੀ ਹੈ। ਮੇਰੇ ਭੈਣੋ ਭਰਾਵੋ, ਉਹ ਆਨੰਦ ਜਦ ਤੱਕ ਤੁਸੀਂ ਪਰਸਨਲੀ ਆਪਣੀ ਲਾਈਫ ਦੇ ਵਿੱਚ ਅਨੁਭਵ ਨਹੀਂ ਕਰੋਗੇ ਤਾਂ ਤੁਹਾਡਾ ਚਰਚ ਜਾਣ ਦਾ ਕੋਈ ਫਾਇਦਾ ਨਹੀਂ ਹੈ। ਅੱਜ ਤੁਸੀਂ ਜਾਣਦੇ ਹੋ ਕਿ ਅੱਜ ਇਸ ਸਮੇਂ ਕਿੰਨੇ ਸਮੇਂ ਹੋ ਚੁੱਕੇ ਨੇ, ਕਿੰਨੇ ਐਤਵਾਰ ਗੁਜ਼ਰ ਚੁੱਕੇ ਨੇ, ਅੱਜ ਕੋਈ ਵੀ ਚਰਚ ਖੁੱਲ੍ਹਾ ਨਹੀਂ ਹੈ। ਸਭ ਜਗ੍ਹਾ ਤੇ ਲਾਕਡਾਊਨ ਹੋਇਆ ਹੈ ਔਰ ਹਰ ਜਗ੍ਹਾ ਤੇ ਚਰਚ ਬੰਦ ਨੇ, ਕੋਈ ਸੰਗਤੀ ਵਿੱਚ ਨਹੀਂ ਜਾ ਪਾ ਰਿਹਾ। ਤਾਂ ਤੁਸੀਂ ਜਾਣਦੇ ਹੋ ਕਿ ਇਸ ਵਕਤ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਤੁਹਾਨੂੰ ਪਰਮੇਸ਼ਵਰ ਦੀ ਨਿਕਟਤਾ ਦੇ ਵਿੱਚ ਜਾਣਾ ਚਾਹੀਦਾ ਹੈ। ਤੁਹਾਨੂੰ ਉਹਨਾਂ ਫੋਕੀਆਂ ਗੱਲਾਂ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਕਿਹਦੇ ਕੋਲ ਜਾਣਾ। ਤੁਸੀਂ ਉਸ ਤੇ ਵਿਸ਼ਵਾਸ ਕਰੋ ਜਿਸ ਪਰਮੇਸ਼ਵਰ ਨੇ ਤੁਹਾਡੇ ਲਈ ਆਪਣੇ ਪੁੱਤਰ ਨੂੰ ਕਰੂਸ ਦੇ ਉੱਤੇ ਦਿੱਤਾ ਹੈ। ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਅੱਜ ਆਪਣੇ ਅੰਦਰੋਂ ਗਲਤ ਫਹਿਮੀਆਂ ਨੂੰ ਕੱਢਣ ਦਾ ਵੇਲਾ ਹੈ। ਭਰਪੂਰ ਹੋਵੋ ਪਰਮੇਸ਼ਵਰ ਦੇ ਆਤਮਾ ਦੇ ਨਾਲ। ਬਹੁਤ ਸਾਰੇ ਲੋਕ ਇਹਨਾਂ ਦਿਨਾਂ ਦੇ ਵਿੱਚ ਆਤਮਾ ਨਾਲ ਭਰਪੂਰ ਹੋ ਰਹੇ ਨੇ ਔਰ ਕੁਝ ਲੋਕ ਡਾਊਨ ਜਾ ਰਹੇ ਨੇ। ਜਿਹੜੇ ਡਾਊਨ ਜਾ ਰਹੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਣਾ ਭਰੋਸਾ ਪਰਮੇਸ਼ਵਰ ਤੇ ਲਿਆਓ। ਕਈ ਲੋਕ ਸੋਚਦੇ ਨੇ ਕਿ ਹੁਣ ਸ਼ਾਇਦ ਸਾਨੂੰ ਕੋਈ ਆ ਕੇ ਪਾਸਟਰ ਪੁੱਛੇਗਾ, ਪਰ ਕਿਸੇ ਨੇ ਨਹੀਂ ਪੁੱਛਣਾ ਤੁਹਾਨੂੰ। ਮੈਂ ਤੁਹਾਨੂੰ ਦੱਸਣਾ ਚਾਹਨਾ, ਤੁਹਾਨੂੰ ਸਿਰਫ ਪਰਮੇਸ਼ਵਰ ਹੀ ਪੁੱਛੇਗਾ। ਤੁਹਾਡੀ ਦੇਖ ਰੇਖ ਕੇਵਲ ਪਰਮੇਸ਼ਵਰ ਹੀ ਕਰੇਗਾ। ਮੇਰੇ ਭੈਣੋ ਭਰਾਵੋ, ਉਹਨਾਂ ਪਾਸਟਰਾਂ ਲਈ ਮੈਂ ਪਰਮੇਸ਼ਵਰ ਦਾ ਸ਼ੁਕਰਗੁਜ਼ਾਰ ਹਾਂ ਜਿਹੜੇ ਵਚਨ ਦੀ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਨੇ ਜਾਂ ਦਿੰਦੇ ਨੇ। ਮੈਂ ਉਹਨਾਂ ਲਈ ਸ਼ੁਕਰਗੁਜ਼ਾਰ ਹਾਂ। ਪਰ ਜਿਹੜੀਆਂ ਗਲਤ ਸਿੱਖਿਆਵਾਂ ਦੇਣ ਵਾਲੇ ਲੋਕ ਨੇ ਉਹਨਾਂ ਤੋਂ ਅੱਜ ਤੁਹਾਨੂੰ ਬਚੇ ਰਹਿਣ ਦੀ ਲੋੜ ਹੈ। ਪਰਮੇਸ਼ਵਰ ਦਾ ਵਚਨ ਆਖਦਾ ਹੈ ਕਿ ਤੁਸੀਂ ਆਤਮਾ ਨਾਲ ਭਰਪੂਰ ਹੋਵੋ। ਕਿਉਂ ਹੋਣਾ ਹੈ ਭਰਪੂਰ? ਪਰਮੇਸ਼ਵਰ ਦੇ ਵਚਨ ਦੇ ਵਿੱਚ ਮੈਂ ਅੱਗੇ ਜਾਵਾਂਗਾ। ਪਹਿਲਾ ਪਤਰਸ ਦੀ ਕਿਤਾਬ, ਉਸਦਾ 1 ਅਧਿਆਇ। ਅਗਰ ਤੁਹਾਡੇ ਕੋਲ ਬਾਈਬਲ ਹੈ ਪਲੀਜ਼ ਆਪਣੀ ਬਾਈਬਲ ਖੋਲੀਏ। ਪਤਰਸ ਦੀ ਕਿਤਾਬ, ਉਸਦਾ 1 ਅਧਿਆਇ ਔਰ ਉਸਦਾ 8 ਵਚਨ। ਪਹਿਲਾ ਪਤਰਸ 1 ਦੀ 8। ਉਸ ਜਗ੍ਹਾ ਤੇ ਲਿਖਿਆ ਹੈ, ਜਿਹਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ, ਜਿਸ ਨਾਲ ਤੁਸੀਂ ਬਿਨ ਦੇਖੇ ਪ੍ਰੇਮ ਰੱਖਦੇ ਹੋ, ਭਾਵੇਂ ਹੁਣ ਉਹ ਨੂੰ ਨਹੀਂ ਵੇਖਦੇ ਤਾਂ ਵੀ ਉਸ ਉੱਤੇ ਨੇਚਾ ਕਰਕੇ ਐਡਾ ਆਨੰਦ ਕਰਦੇ ਹੋ ਜੋ ਵਰਣਨ ਤੋਂ ਬਾਹਰ ਹੈ ਅਤੇ ਤੇਜ ਨਾਲ ਭਰਪੂਰ ਹੈ। ਹਾਲੇਲੂਇਆ। ਮੈਂ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਹਾਂ ਪਰਮੇਸ਼ਰ ਦੇ ਇਸ ਵਚਨ ਦੇ ਲਈ। ਮੈਂ ਚਾਹਨਾ ਕਿ ਤੁਸੀਂ ਇਸ ਵਚਨ ਤੇ ਇੱਕ ਵਾਰ ਫੇਰ ਆਪਣੀਆਂ ਨਜ਼ਰਾਂ ਲਗਾਓ ਔਰ ਇਸ ਵਚਨ ਨੂੰ ਬੜੇ ਧਿਆਨ ਨਾਲ ਵੇਖੋ। ਇਸ ਜਗ੍ਹਾ ਤੇ ਲਿਖਿਆ ਹੈ ਕਿ ਜਿਹਦੇ ਨਾਲ ਤੁਸੀਂ ਬਿਨ ਦੇਖੇ ਪ੍ਰੇਮ ਰੱਖਦੇ ਹੋ। ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ ਕਿ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਵੇਖ ਰਹੇ ਹੋ? ਪਰਮੇਸ਼ਰ ਦੇ ਵਚਨ ਤੇ ਲਿਖਿਆ ਜਿਸ ਨੂੰ ਤੁਸੀਂ ਬਿਨ ਦੇਖੇ, ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ। ਤੁਸੀਂ ਜਾਣਦੇ ਹੋ ਤੁਸੀਂ ਪਰਮੇਸ਼ਰ ਨੂੰ ਕਦੀ ਨਹੀਂ ਦੇਖਿਆ। ਬਾਈਬਲ ਦੇ ਵਿੱਚ ਲਿਖਿਆ ਹੈ ਕਦੀ ਵੀ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਦੇਖਿਆ, ਪਰ ਪ੍ਰਭੂ ਯੀਸ਼ੂ ਮਸੀਹ ਨੇ ਉਸ ਨੂੰ ਪ੍ਰਗਟ ਕੀਤਾ ਹੈ। ਔਰ ਬਾਣੀ ਦੇ ਵਿੱਚ ਸਾਨੂੰ ਇਹ ਸਪਸ਼ਟ ਰੂਪ ਵਿੱਚ ਆਇਆ ਹੈ, ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਜਿਸ ਨਾਲ ਤੁਸੀਂ ਬਿਨ ਦੇਖੇ ਪ੍ਰੇਮ ਰੱਖਦੇ ਹੋ ਔਰ ਭਾਵੇਂ ਹੁਣ ਤੁਸੀਂ ਉਸ ਨੂੰ ਨਹੀਂ ਵੇਖਦੇ ਤਾਂ ਵੀ ਉਸ ਉੱਤੇ ਨੇਚਾ ਕਰਦੇ ਹੋ। ਤੁਸੀਂ ਪਰਮੇਸ਼ਰ ਨੂੰ ਨਹੀਂ ਵੇਖਿਆ ਪਰ ਤੁਸੀਂ ਉਸ ਤੇ ਨੇਚਾ ਕਰਦੇ ਹੋ। ਬਹੁਤ ਸਾਰੇ ਲੋਕ ਉਹਨਾਂ ਤੇ ਨੇਚਾ ਕਰਦੇ ਨੇ ਜਿਹੜੇ ਲੋਕ ਅੱਜ ਵੱਡੀਆਂ ਵੱਡੀਆਂ ਪ੍ਰੋਫਸੀਆਂ ਕਰਦੇ ਨੇ। ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹੋ ਜਾਂ ਮਨੁੱਖਾਂ ਤੇ। ਮੈਂ ਇਹ ਨਹੀਂ ਕਹਿੰਦਾ, ਪਰਮੇਸ਼ਰ ਦੇ ਵਚਨ 'ਚੋਂ ਮੈਂ ਬਹੁਤ ਵਾਰ ਇਸ ਦੇ ਬਾਰੇ ਦੱਸਿਆ ਕਿ ਕਿਸੇ ਵੀ ਭਵਿੱਖਬਾਣੀ ਨੂੰ, ਕਿਸੇ ਵੀ ਪ੍ਰੋਫਸੀ ਨੂੰ ਹਲਕਾ ਨਹੀਂ ਮੰਨਣਾ ਚਾਹੀਦਾ। ਪਰ ਇੱਕ ਗੱਲ ਮੈਂ ਇਹ ਵੇਖਣਾ ਚਾਹੁੰਦਾ, ਧਿਆਨ ਦਿਓ ਮੇਰੇ ਭੈਣੋ ਭਰਾਵੋ, ਅਗਰ ਤੁਸੀਂ ਪਰਮੇਸ਼ਰ ਦੇ ਵਿੱਚੋਂ ਬੜੇ ਧਿਆਨ ਨਾਲ ਸੁਣੋ। ਅੱਜ ਇਸ ਸਮੇਂ ਕੋਈ ਪ੍ਰੋਫਸੀ ਨਹੀਂ ਆ ਰਹੀ। ਜਦੋਂ ਲਾਕਡਾਊਨ ਹੋਏ ਨੂੰ ਇੰਨੇ ਦਿਨ ਹੋ ਚੁੱਕੇ ਨੇ, ਹੁਣ ਉਹ ਜਿਨ੍ਹਾਂ ਦੇ ਚਰਚਾਂ ਦੇ ਨਾਮ ਵੀ ਪ੍ਰੋਫਸੀ ਦੇ ਉੱਤੇ ਸਨ, ਉਹ ਕਿੱਥੇ ਗਏ? ਉਹਨਾਂ ਦੀਆਂ ਪ੍ਰੋਫਸੀਆਂ ਕਿੱਥੇ ਗਈਆਂ? ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ, ਪਰ ਮੈਂ ਦੱਸਣਾ ਚਾਹੁੰਦਾ ਪ੍ਰੋਫਿਟ ਦਾ ਕੰਮ ਕੀ ਹੁੰਦਾ ਹੈ? ਪ੍ਰੋਫਿਟ ਦਾ ਕੰਮ ਹੁੰਦਾ ਹੈ ਪ੍ਰੋਫਸੀ ਕਰਨਾ। ਅਗਰ ਉਹ ਭਵਿੱਖਬਾਣੀ ਕਰਦਾ ਹੈ ਤਾਂ ਹੁਣ ਉਹਨਾਂ ਨੂੰ ਭਵਿੱਖਬਾਣੀ ਕਰਨੀ ਚਾਹੀਦੀ। ਪਰਮੇਸ਼ਰ ਤੋਂ ਪੁੱਛਣਾ ਚਾਹੀਦਾ ਹੈ ਕਿ ਲਾਕਡਾਊਨ ਕਦੋਂ ਖੁੱਲ੍ਹੇਗਾ, ਸੰਸਾਰ ਦੇ ਵਿੱਚ ਕੀ ਹੋ ਰਿਹਾ। ਮੇਰੇ ਭੈਣੋ ਭਰਾਵੋ, ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ, ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ ਕਰੋ, ਪਰਮੇਸ਼ਰ ਤੇ ਵਿਸ਼ਵਾਸ ਕਰੋ, ਪਰਮੇਸ਼ਰ ਤੇ ਵਿਸ਼ਵਾਸ ਕਰੋ। ਸਾਰੀਆਂ ਗੱਲਾਂ ਪਰਮੇਸ਼ਰ ਨੇ ਪਹਿਲਾਂ ਹੀ ਆਪਣੇ ਵਚਨ ਵਿੱਚ, ਰਿਟਨ ਵਿੱਚ, ਲਿਖਤ ਵਿੱਚ ਦਿੱਤੀਆਂ ਨੇ ਸਾਨੂੰ।
ਸਾਨੂੰ ਉਹਨਾਂ ਤੇ ਯਕੀਨ ਕਰਨ ਦੀ ਲੋੜ ਹੈ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ ਕਰੀਏ, ਪਰਮੇਸ਼ਰ ਤੇ ਵਿਸ਼ਵਾਸ ਕਰੀਏ। ਲਿਖਿਆ ਕਿ ਤੁਸੀਂ ਬਿਨ ਦੇਖੇ ਵਿਸ਼ਵਾਸ ਕਰਦੇ ਹੋ। ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਅਗਰ ਅਸੀਂ ਪਰਮੇਸ਼ਰ ਦੀ ਭਰਪੂਰੀ ਨਾਲ ਭਰਪੂਰ ਹੁੰਦੇ ਤਾਂ ਇਸ ਦਾ ਕੀ ਫਾਇਦਾ ਹੈ, ਇਸ ਦਾ ਕੀ ਬੈਨੀਫਿਟ ਹੈ। ਇਸ ਜਗ੍ਹਾ ਤੇ ਜਦੋਂ ਅਗਲੀ ਅਸੀਂ ਲਾਈਨ ਨੂੰ ਪੜ੍ਹਦੇ ਤਾਂ ਲਿਖਿਆ ਹੈ, ਬਹੁਤ ਖਾਸ ਤਰੀਕੇ ਨਾਲ ਧਿਆਨ ਦੇਈਏ ਤਾਂ ਲਿਖਿਆ ਹੈ, ਐਡਾ ਆਨੰਦ ਕਰਦੇ ਹੋ ਜੋ ਵਰਣਨ ਤੋਂ ਬਾਹਰ ਹੈ ਅਤੇ ਤੇਜ ਨਾਲ ਭਰਪੂਰ ਹੈ। ਮੇਰੇ ਭੈਣੋ ਭਰਾਵੋ, ਜਿਹੜੇ ਲੋਕ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਨੇ, ਜਿਹੜੇ ਲੋਕ ਪਰਮੇਸ਼ਵਰ ਦੇ ਪਿੱਛੇ ਚੱਲਦੇ ਨੇ, ਉਹ ਇਸ ਸਮੇਂ ਵੀ ਪਰਮੇਸ਼ਵਰ ਵਿੱਚ ਆਨੰਦਿਤ ਹਨ। ਕਿਉਂ ਆਨੰਦਿਤ ਨੇ? ਕਿਉਂਕਿ ਉਹ ਉਸ ਦੀ ਭਰਪੂਰੀ ਨਾਲ ਭਰਪੂਰ ਹੈ। ਕਿਉਂਕਿ ਲਿਖਿਆ ਹੈ, ਉਹ ਤੁਸੀਂ ਉਸ ਨਾਲ ਐਡਾ ਆਨੰਦ ਕਰਦੇ ਹੋ ਜੋ ਵਰਣਨ ਤੋਂ ਬਾਹਰ ਹੈ ਅਤੇ ਤੇਜ ਨਾਲ ਭਰਪੂਰ ਹੈ। ਤੇਜ ਦਾ ਮਤਲਬ ਜਾਣਦੇ ਹੋ? ਮਹਿਮਾ ਨਾਲ ਭਰਪੂਰ ਹੈ। ਔਰ ਬਾਈਬਲ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ, ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਅੱਜ ਮਨੁੱਖ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿਤ ਹੈ। ਔਰ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਇਸ ਗੱਲ ਦੇ ਲਈ ਇੱਕ ਵਾਰ ਫੇਰ ਨਿਯੋਤਾ ਦੇਣਾ ਕਿ ਆਓ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੜੇ ਹਿਆਬ ਦੇ ਨਾਲ ਬੈਠੀਏ ਔਰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੈਠੀਏ। ਤੁਸੀਂ ਵੇਖੋਗੇ ਇੱਕ ਅਨੋਖਾ ਆਨੰਦ ਜੋ ਵਰਣਨ ਤੋਂ ਬਾਹਰ ਹੈ। ਉਹ ਆਨੰਦ ਜੋ ਕੋਈ ਤੁਹਾਡੇ ਤੋਂ ਖੋ ਨਹੀਂ ਸਕਦਾ। ਹਾਲਾਤ ਚਾਹੇ ਕਿੱਦਾਂ ਦੇ ਵੀ ਹੋਣ, ਪਰ ਤੁਹਾਡੇ ਅੰਦਰ ਇੱਕ ਪਰਮੇਸ਼ਵਰ ਦਾ ਆਨੰਦ, ਔਰ ਇਸ ਜਗ੍ਹਾ ਤੇ ਲਿਖਿਆ ਉਹ ਆਨੰਦ ਕਰਦੇ ਹੋ ਜੋ ਵਰਣਨ ਤੋਂ ਬਾਹਰ ਹੈ, ਜਿਸ ਨੂੰ ਹਾਲਾਤ ਕਦੀ ਵੀ ਦਬਾ ਕੇ ਨਹੀਂ ਰੱਖ ਸਕਦੇ। ਸਿਚੁਏਸ਼ਨ ਉਸ ਉੱਤੇ ਕੋਈ ਅਸਰ ਨਹੀਂ ਪਾ ਸਕਦੀ। ਤੁਹਾਡੇ ਆਨੰਦ ਨੂੰ ਕੋਈ ਚੀਜ਼ ਤੁਹਾਡੇ ਤੋਂ ਵੱਖਰਾ ਨਹੀਂ ਕਰ ਸਕਦੀ, ਕਿਉਂਕਿ ਇਹ ਆਨੰਦ ਪਰਮੇਸ਼ਵਰ ਦਾ ਆਨੰਦ ਹੈ। ਔਰ ਬਾਈਬਲ ਸਾਨੂੰ ਦੱਸਦੀ ਕਿ ਪਰਮੇਸ਼ਵਰ ਦਾ ਆਨੰਦ ਸਾਡੀ ਤਾਕਤ ਹੈ। ਪਰਮੇਸ਼ਵਰ ਦਾ ਆਨੰਦ ਸਾਡੀ ਤਾਕਤ ਹੈ। ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਆਨੰਦ ਨੂੰ ਗਵਾ ਚੁੱਕੇ ਨੇ। ਬਹੁਤ ਸਾਰੇ ਲੋਕ ਆਨੰਦ ਨੂੰ ਗਵਾ ਚੁੱਕੇ ਨੇ। ਮੇਰੇ ਭੈਣੋ ਭਰਾਵੋ, ਮੈਂ ਤੁਹਾਨੂੰ ਫਿਰ ਤੋਂ ਕਹਿਣਾ ਕਿ ਆਪਣੇ ਆਨੰਦ ਨੂੰ ਤੁਸੀਂ ਆਪਣੇ ਅੰਦਰ ਪਰਮੇਸ਼ਵਰ ਦੀ ਮਹਿਮਾ ਨਾਲ ਭਰ ਕੇ, ਉਸ ਦੀ ਭਰਪੂਰੀ ਨਾਲ ਭਰਪੂਰ ਹੋ ਕੇ ਉਸ ਆਨੰਦ ਨੂੰ ਤੁਸੀਂ ਆਪਣੇ ਅੰਦਰ ਇੰਜੋਏ ਕਰ ਸਕਦੇ ਹੋ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਕਿਉਂਕਿ ਇਹ ਆਨੰਦ ਜਿਹੜਾ ਹੈ ਇਹ ਕਦੀ ਵੀ ਖਤਮ ਨਹੀਂ ਹੁੰਦਾ। ਇਹ ਆਨੰਦ ਤੁਹਾਨੂੰ ਤਾਕਤ ਦਿੰਦਾ ਹੈ, ਇਹ ਆਨੰਦ ਤੁਹਾਨੂੰ ਸ਼ਕਤੀ ਦਿੰਦਾ ਹੈ। ਔਰ ਇਹ ਆਨੰਦ ਬਾਈਬਲ ਦੇ ਵਿੱਚ ਜਿਹੜਾ ਅਸੀਂ ਹੁਣੇ ਪੜ੍ਹਿਆ ਹੈ ਕਿ ਇਹ ਆਨੰਦ ਵਰਣਨ ਤੋਂ ਬਾਹਰ ਹੈ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਕਿਉਂਕਿ ਪਰਮੇਸ਼ਵਰ ਦਾ ਆਨੰਦ ਜਿਹੜਾ ਹੈ ਉਹ ਸਾਡੀ ਤਾਕਤ ਹੈ। ਮੈਂ ਜ਼ਿਆਦਾ ਨਹੀਂ ਸਮਾਂ ਲਵਾਂਗਾ, ਬੜੇ ਧਿਆਨ ਦੇ ਨਾਲ ਪਰਮੇਸ਼ਵਰ ਦੇ ਵਚਨ ਨੂੰ ਸੁਣੀਏਗਾ, ਕਿਉਂਕਿ ਪਰਮੇਸ਼ਵਰ ਦਾ ਵਚਨ ਸਾਨੂੰ ਬਹੁਤ ਹੀ ਖਾਸ ਗੱਲ ਦੱਸਦਾ ਹੈ। ਅਸੀਂ ਕੁਲੀਸਿਆਂ ਦੀ ਕਿਤਾਬ ਦੇ ਵਿੱਚ ਆਵਾਂਗੇ। ਕੁਲੀਸਿਆਂ ਦੀ ਕਿਤਾਬ ਉਸ ਦਾ 1 ਅਧਿਆਇ ਤੇ ਉਸ ਦਾ 19 ਵਚਨ, ਤਾਂ ਕਿ ਅਸੀਂ ਜਲਦੀ ਪਰਮੇਸ਼ਵਰ ਦੇ ਵਚਨਾਂ ਨੂੰ ਵੇਖ ਸਕੀਏ। ਕੁਲੀਸਿਆਂ ਦੀ ਕਿਤਾਬ ਉਸ ਦਾ 1 ਅਧਿਆਇ ਤੇ ਉਸ ਦਾ 19 ਵਚਨ ਆਪਾਂ ਧਿਆਨ ਦੇਵਾਂਗੇ। 1:19, ਕਿਉਂ ਜੋ ਪਿਤਾ ਨੂੰ ਇਹ ਪਾਇਆ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵਸੇ। ਕਿਉਂ ਜੋ ਪਿਤਾ ਨੂੰ ਇਹ ਪਾਇਆ ਜੋ ਸਾਰੀ ਭਰਪੂਰੀ ਜਾਂ ਸਾਰੀ ਸੰਪੂਰਨਤਾਈ ਉਸ ਵਿੱਚ ਵਸੇ। ਤੁਸੀਂ ਪਰਮੇਸ਼ਰ ਦੇ ਵਚਨ ਨੂੰ ਵੇਖਿਆ ਹੈ। ਪਰਮੇਸ਼ਰ ਦਾ ਵਚਨ ਇਸ ਜਗ੍ਹਾ ਤੇ ਬਹੁਤ ਹੀ ਸਫਾਈ ਨਾਲ ਦੱਸਦਾ ਹੈ ਕਿ ਪਰਮੇਸ਼ਰ ਨੂੰ ਇਹ ਪਾਇਆ ਹੈ ਕਿ ਸਾਰੀ ਭਰਪੂਰੀ, ਸਾਰੀ ਸੰਪੂਰਨਤਾਈ ਉਸ ਵਿੱਚ ਵਸੇ। ਕਿਸ ਵਿੱਚ ਵਸੇ? ਯਿਸੂ ਮਸੀਹ ਦੇ ਵਿੱਚ। ਹਾਲੇਲੂਇਆ, ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਪਰਮੇਸ਼ਰ ਦੀ ਸਾਰੀ ਸੰਪੂਰਨਤਾਈ ਯਿਸੂ ਮਸੀਹ ਵਿੱਚ ਵਸਦੀ ਹੈ। ਔਰ ਬਾਈਬਲ ਸਾਨੂੰ ਇਹ ਦੱਸਦੀ ਹੈ ਯਿਸੂ ਮਸੀਹ ਸਾਡੇ ਵਿੱਚ ਤੇ ਤੁਹਾਡੇ ਵਿੱਚ ਨੇ। ਯਿਸੂ ਮਸੀਹ ਨੇ ਕਿਹਾ ਕਿ ਸੰਸਾਰ ਦੇ ਅੰਤ ਤੱਕ ਮੈਂ ਸਦਾ ਤੁਹਾਡੇ ਨਾਲ ਹਾਂ। ਔਰ ਅੱਜ ਅਸੀਂ ਕਿਸ ਨੂੰ ਪਰਫੈਕਟ ਸਮਝਦੇ ਹਾਂ? ਕੀ ਅਸੀਂ ਸਿੱਧਤਾ ਦੇ ਵੱਲ ਵਧ ਰਹੇ ਹਾਂ? ਕੀ ਅਸੀਂ ਸਿੱਧ ਹੋ ਰਹੇ ਹਾਂ? ਬਾਈਬਲ ਸਾਨੂੰ ਦੱਸਦੀ ਹੈ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ, ਤੁਸੀਂ ਵੀ ਸੰਪੂਰਨ ਬਣੋ। ਬਾਈਬਲ ਦੱਸਦੀ ਹੈ ਕਿ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਵੀ ਪਵਿੱਤਰ ਬਣੋ। ਪਰਮੇਸ਼ਵਰ ਪਰਫੈਕਟ ਹੈ ਤੇ ਸਾਨੂੰ ਤੇ ਤੁਹਾਨੂੰ ਪਰਫੈਕਟ ਬਣਾਉਣਾ ਚਾਹੁੰਦਾ ਹੈ। ਪਰਮੇਸ਼ਵਰ ਦੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਸਾਰੀ ਸੰਪੂਰਨਤਾਈ ਮਸੀਹ ਵਿੱਚ ਵਸਦੀ ਹੈ। ਔਰ ਤੁਸੀਂ ਕਿੱਥੇ ਹੋ? ਤੁਸੀਂ ਕੌਣ ਹੋ? ਔਰ ਅਸੀਂ ਸਾਰੇ ਆਪਣੇ ਮੂੰਹ ਤੋਂ ਬੋਲਦੇ ਹਾਂ ਕਿ ਅਸੀਂ ਮਸੀਹ ਵਿੱਚ ਹਾਂ ਤੇ ਮਸੀਹ ਸਾਡੇ ਵਿੱਚ ਹੈ ਤੇ ਮਸੀਹ ਵਿੱਚ ਸਾਰੀ ਸੰਪੂਰਨਤਾਈ ਹੈ। ਜੇਕਰ ਸੰਪੂਰਨਤਾਈ ਮਸੀਹ ਵਿੱਚ ਹੈ ਔਰ ਮਸੀਹ ਤੁਹਾਡੇ ਵਿੱਚ ਹੈ ਤਾਂ ਬਾਈਬਲ ਸਾਨੂੰ ਕੀ ਦੱਸਦੀ ਹੈ ਕਿ ਸਾਰੀ ਸੰਪੂਰਨਤਾਈ ਤੁਹਾਡੇ ਵਿੱਚ ਵਸਦੀ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਉਸ ਦੀ ਭਰਪੂਰੀ ਨਾਲ ਭਰਪੂਰ ਹੋ। ਔਰ ਜਿਨ੍ਹਾਂ ਦੇ ਅੰਦਰ ਪ੍ਰਭੂ ਹੈ, ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦਾ ਆਤਮਾ ਹੈ, ਮਸੀਹ ਦਾ ਆਤਮਾ ਹੈ, ਸੱਚਾਈ ਦਾ ਆਤਮਾ ਹੈ, ਪਵਿੱਤਰ ਆਤਮਾ ਹੈ, ਉਹ ਭਰਪੂਰ ਹਨ ਉਸ ਭਰਪੂਰੀ ਦੇ ਨਾਲ, ਉਸ ਸੰਪੂਰਨਤਾਈ ਦੇ ਨਾਲ ਜਿਹੜੀ ਸੰਪੂਰਨਤਾਈ ਪਰਮੇਸ਼ਵਰ ਸਾਨੂੰ ਦਿੰਦੇ ਨੇ।
ਹਾਲੇਲੂਇਆ। ਤੁਸੀਂ ਸੰਪੂਰਨ ਹੋ ਸਕਦੇ ਹੋ ਔਰ ਅਗਰ ਤੁਸੀਂ ਅੱਜ ਉਸ ਭਰਪੂਰੀ ਨਾਲ ਭਰਪੂਰ ਹੋ ਜਾਓ ਜਿਹੜੀ ਮਸੀਹ ਵਿੱਚ ਮਿਲਦੀ ਹੈ। ਹਾਲੇਲੂਇਆ। ਮਸੀਹ ਵਿੱਚ ਤੁਹਾਨੂੰ ਇੱਕ ਜਿਉਂਦੀ ਆਸ ਹੈ। ਮਸੀਹ ਵਿੱਚ ਤੁਸੀਂ ਉਸ ਭਰਪੂਰੀ ਨਾਲ ਭਰਪੂਰ ਹੋ ਸਕਦੇ ਹੋ। ਕਲੀਸਿਆਂ ਦੀ ਕਿਤਾਬ 2 ਦੀ 10 ਆਇਤ ਦੇ ਵਿੱਚ ਵੀ ਜਦੋਂ ਅਸੀਂ ਪੜ੍ਹਦੇ ਹਾਂ 2 ਦੀ 10 ਆਇਤ ਤੇ ਉਸ ਤੇ ਲਿਖਿਆ ਹੈ, ਅਤੇ ਤੁਸੀਂ ਉਹਦੇ ਵਿੱਚ ਸੰਪੂਰਨ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖਤਿਆਰ ਦਾ ਸਿਰ ਹੈ। ਅਸੀਂ ਇੱਕ ਵਾਰ ਫੇਰ ਵਚਨ ਨੂੰ ਵੇਖਾਂਗੇ ਕਲੀਸਿਆਂ ਦੀ ਕਿਤਾਬ ਦੇ ਵਿੱਚ ਹੀ, ਕਲੀਸਿਆਂ ਦੀ ਕਿਤਾਬ 2 ਦੀ 10 ਆਇਤ ਇੱਕ ਵਾਰ ਫੇਰ ਧਿਆਨ ਦੇਈਏ, ਲਿਖਿਆ ਹੈ, ਅਤੇ ਤੁਸੀਂ ਉਸ ਵਿੱਚ ਸੰਪੂਰਨ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖਤਿਆਰ ਦਾ ਸਿਰ ਹੈ। ਹਾਲੇਲੂਇਆ। ਤੁਸੀਂ ਪਰਫੈਕਟ ਹੋ ਗਏ ਹੋ ਉਹਦੇ ਵਿੱਚ, ਇਹਦੇ ਵਿੱਚ, ਯੀਸ਼ੂ ਮਸੀਹ ਦੇ ਵਿੱਚ। ਹਾਲੇਲੂਇਆ। ਜਿਹੜਾ ਇਖਤਿਆਰ ਦਾ, ਜਿਹਨੂੰ ਇਖਤਿਆਰ ਹੈ, ਜਿਹੜਾ ਸਿਰ ਹੈ, ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਰੀ ਹਕੂਮਤ ਅਤੇ ਇਖਤਿਆਰ ਦਾ ਉਹੀ ਸਿਰ ਹੈ ਔਰ ਤੁਸੀਂ ਉਸ ਵਿੱਚ ਕੀ ਹੋ ਗਏ ਹੋ? ਸੰਪੂਰਨ ਹੋ ਗਏ। ਮੇਰੇ ਭੈਣੋ ਭਰਾਵੋ, ਜੇ ਸੰਪੂਰਨਤਾ ਹੀ ਤੁਹਾਡੇ ਤੇ ਸਾਡੇ ਅੰਦਰ ਵਸਦੀ ਹੈ ਤਾਂ ਅਸੀਂ ਆਨੰਦਿਤ ਰਹਿ ਸਕਦੇ ਹਾਂ, ਹਾਲਾਤ ਚਾਹੇ ਕਿਹੋ ਜਿਹੇ ਵੀ ਹੋਣ। ਇੱਕ ਦਿਨ ਅਸੀਂ ਇਹਨਾਂ ਸਾਰੇ ਹਾਲਾਤਾਂ ਤੋਂ ਬਾਹਰ ਨਿਕਲ ਆਵਾਂਗੇ। ਪਰ ਮੇਰੇ ਭੈਣੋ ਭਰਾਵੋ, ਪਰ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡੀ ਜਿਹੜੀ ਸਿਚੁਏਸ਼ਨ ਕੀ ਹੈ, ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਜੀ ਰਹੇ ਹੋ, ਤੁਹਾਡੇ ਹਾਲਾਤਾਂ ਦੇ ਵਿੱਚ ਨਜ਼ਰੀਏ ਕਿਹੋ ਜਿਹੇ ਨੇ, ਤੁਹਾਡੇ ਖਿਆਲਾਤ ਕਿਹੋ ਜਿਹੇ ਨੇ, ਤੁਹਾਡਾ ਇਹਨਾਂ ਹਾਲਾਤਾਂ ਦੇ ਵਿੱਚ ਰਵੱਈਆ ਕਿਹੋ ਜਿਹਾ ਹੈ, ਇਹ ਮਹੱਤਵਪੂਰਨ ਗੱਲ ਹੋਵੇਗੀ ਜਦੋਂ ਅਸੀਂ ਇਸ ਚੋਂ ਬਾਹਰ ਨਿਕਲ ਆਵਾਂਗੇ। ਤੁਸੀਂ ਜਾਣਦੇ ਹੋ, ਬਾਈਬਲ ਸਾਨੂੰ ਦੱਸਦੀ ਹੈ ਕਿ ਇਜ਼ਰਾਈਲ ਇੱਕ ਸਮੇਂ ਬਹੁਤ ਹੀ ਵੱਡੀ ਪ੍ਰੋਬਲਮ ਚੋਂ ਲੰਘਿਆ। ਇਜ਼ਰਾਈਲ ਦੇ ਲੋਕ 40 ਸਾਲ ਬਿਆਬਾਨ ਦੇ ਵਿੱਚ, ਜੰਗਲ ਦੇ ਵਿੱਚ, ਮਰੂਭੂਮੀ ਦੇ ਵਿੱਚ, ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਭਟਕਦੇ ਰਹੇ। 40 ਸਾਲ ਉਹ ਉਸ ਜੰਗਲ ਦੇ ਵਿੱਚੋਂ, ਜਦੋਂ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਇੱਕ ਦਿਨ ਉਹ ਉਸ ਤੋਂ ਬਾਹਰ ਤਾਂ ਆ ਗਏ, ਪਰ ਧਿਆਨ ਦਿਓ ਕਿ ਜੋ ਕੁਝ ਉਸ ਸਮੇਂ ਦੇ ਵਿੱਚ ਉਹਨਾਂ ਨੇ ਕੀਤਾ, ਜੋ ਬੋਲੇ, ਉਹਨਾਂ ਦੀ ਕੁੜਕੁੜਾਹਟ, ਉਹਨਾਂ ਦੀ ਬੁੜਬੜਾਹਟ, ਉਹਨਾਂ ਦੀ ਜੋ ਵੀ ਐਕਟੀਵਿਟੀ ਸੀ, ਪਰਮੇਸ਼ਵਰ ਦੇ ਵਚਨ 'ਚੋਂ ਲਿਖੀ ਗਈ ਹੈ। ਪਰਮੇਸ਼ਵਰ ਨੇ ਵੇਖਿਆ ਸੀ ਕਿ ਇਜ਼ਰਾਈਲ ਦੇ ਲੋਕ ਕੀ ਕਰ ਰਹੇ ਨੇ। ਧਿਆਨ ਨਾਲ ਸੁਣੋ, ਜਿਹੜੇ ਲੋਕ ਉਸ ਜਗ੍ਹਾ ਤੇ ਪਰਮੇਸ਼ਵਰ ਦੇ ਵਚਨ ਤੇ ਯਕੀਨ ਨਾ ਕਰ ਸਕੇ, ਉਸ ਵਿੱਚ ਆਨੰਦਿਤ ਨਾ ਰਹਿ ਸਕੇ, ਉਹ ਲੋਕ ਉਸੇ ਜੰਗਲ ਵਿੱਚ ਨਾਸ਼ ਹੋ ਗਏ ਸਨ। ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਸਨ ਜਿਹੜੇ ਵਾਅਦੇ ਵਾਲੀ ਧਰਤੀ ਤੇ ਨਹੀਂ ਪਹੁੰਚੇ ਸਨ। ਔਰ ਅਸੀਂ ਜਾਣਦੇ ਹਾਂ ਕਿ ਅਸੀਂ ਮੁਸੀਬਤਾਂ ਔਰ ਮੁਸ਼ਕਲਾਂ, ਸਮੱਸਿਆਵਾਂ ਵਿੱਚੋਂ ਗੁਜ਼ਰ ਰਹੇ ਹਾਂ। ਪਰ ਮੇਰੇ ਭੈਣੋ ਭਰਾਵੋ, ਵੱਡੀ ਗੱਲ ਇਹ ਨਹੀਂ ਹੈ ਕਿ ਮੁਸ਼ਕਲਾਂ ਨੇ, ਸਮੱਸਿਆਵਾਂ ਨੇ। ਵੱਡੀ ਗੱਲ ਇਹ ਹੈ ਕਿ ਪਰਮੇਸ਼ਵਰ ਸਾਡੇ ਨਾਲ ਹੈ। ਪਰਮੇਸ਼ਵਰ ਕਦੀ ਵੀ ਸਾਨੂੰ ਛੱਡਦਾ ਨਹੀਂ, ਕਦੀ ਵੀ ਤਿਆਗਦਾ ਨਹੀਂ। ਮੈਂ ਪ੍ਰਭੂ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਉਹਨਾਂ ਸਾਰੇ ਭੈਣਾਂ ਭਰਾਵਾਂ ਵਾਸਤੇ ਬੋਲਦਾ ਜਿਹੜੇ ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖਦੇ ਨੇ, ਜਿਹੜੇ ਪਰਮੇਸ਼ਵਰ ਦੇ ਵਿੱਚ ਚੱਲ ਰਹੇ ਨੇ। ਤੁਹਾਨੂੰ ਕਿਸੇ ਗੱਲ ਦੀ ਘਟੀ ਨਹੀਂ ਹੋਵੇਗੀ। ਤੁਸੀਂ ਅੱਜ ਹੀ ਆਪਣੇ ਮੂੰਹ ਤੋਂ ਕਹਿ ਸਕਦੇ ਹੋ ਕਿ ਯਹੋਵਾ ਮੇਰਾ ਚਰਵਾਹਾ ਹੈ, ਮੈਨੂੰ ਥੋੜ੍ਹ ਨਾ ਹੋਵੇਗੀ। ਤੁਸੀਂ ਉਸ ਦੀ ਭਰਪੂਰੀ ਨਾਲ ਭਰਪੂਰ ਹੋ, ਕਿਉਂਕਿ ਪਰਮੇਸ਼ਵਰ ਨੇ ਜੋ ਤੁਹਾਨੂੰ ਅੰਦਰ ਭਰਪੂਰੀ ਦਿੱਤੀ ਹੈ, ਉਹ ਤੁਹਾਨੂੰ ਹਰ ਸਿਚੁਏਸ਼ਨ ਵਿੱਚ ਆਨੰਦਿਤ ਰੱਖ ਸਕਦੀ ਹੈ, ਕਿਉਂਕਿ ਪਰਮੇਸ਼ਵਰ ਦਾ ਆਨੰਦ ਸਾਡੀ ਤਾਕਤ ਹੈ। ਪਰਮੇਸ਼ਵਰ ਦਾ ਆਨੰਦ ਸਾਡਾ ਦ੍ਰਿੜਗੜ੍ਹ ਹੈ। ਹਾਲੇਲੂਇਆ। ਪ੍ਰਭੂ ਦੀ ਸਤੁਤੀ ਹੋਵੇ। ਪਰਮੇਸ਼ਵਰ ਦੇ ਵਚਨ ਦੇ ਵਿੱਚ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਦੱਸਿਆ ਗਿਆ ਹੈ। ਅਸੀਂ ਦੇਖਾਂਗੇ ਯੋਹੰਨਾ ਦੀ ਅੰਜੀਲ ਉਸ ਦਾ 14 ਅਧਿਆਇ। ਅਗਰ ਤੁਹਾਡੇ ਕੋਲ ਪਵਿੱਤਰ ਬਾਈਬਲ ਹੈ, ਪਲੀਜ਼ ਤੁਸੀਂ ਆਪਣੀ ਬਾਈਬਲ ਖੋਲ ਸਕਦੇ ਹੋ। ਯੋਹੰਨਾ ਦੀ ਅੰਜੀਲ ਉਸ ਦਾ 14 ਅਧਿਆਇ ਔਰ ਉਸ ਦਾ 9 ਵਚਨ। ਇਸ ਜਗ੍ਹਾ ਤੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਹੈ, ਪ੍ਰਭੂ ਯੀਸ਼ੂ ਮਸੀਹ ਨੇ ਫਿਲਿਪਸ ਨੂੰ ਆਖਿਆ ਸੀ, ਉਸਨੇ ਉਸ ਨੂੰ ਆਖਿਆ, ਫਿਲਿਪਸ, ਇੰਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ, ਔਰ ਕੀ ਤੈਂ ਮੈਨੂੰ ਨਹੀਂ ਜਾਣਿਆ? ਜਿਨ ਮੈਨੂੰ ਜਾਣਿਆ ਉਹਨੇ ਪਿਤਾ ਨੂੰ ਦੇਖਿਆ ਹੈ। ਤੂੰ ਕੀ ਕੋ ਆਖਦਾ ਹੈ, ਭਾਈ ਮੈਨੂੰ ਪਿਤਾ ਦਾ ਦਰਸ਼ਨ ਕਰਾ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਸਿਰਫ ਮਨੁੱਖਾਂ ਵੱਲ ਵੇਖਣਾ ਚਾਹੁੰਦੇ ਨੇ। ਅੱਜ ਦੇ ਸਮੇਂ ਵਿੱਚ ਮੈਂ ਉਹਨਾਂ ਭੈਣਾਂ ਭਰਾਵਾਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਦੂਰ ਦਰਾਡੇ ਜਾ ਕੇ, ਫੇਮਸ ਲੋਕਾਂ ਦੇ ਕੋਲ ਜਾ ਕੇ ਆਪਣੇ ਆਪ ਨੂੰ ਫੇਮਸ ਬਣਾਉਣ ਦੇ ਲਈ ਉਹ ਸਭ ਕੁਝ ਕਰ ਰਹੇ ਸਨ। ਪਰ ਪਿਆਰੇ ਭੈਣੋ ਭਰਾਵੋ, ਪ੍ਰਭੂ ਯੀਸ਼ੂ ਮਸੀਹ ਦਾ ਵਚਨ ਸਾਨੂੰ ਦੱਸਦਾ ਹੈ, ਫਿਲਿਪਸ ਨੂੰ ਜਦੋਂ ਯੀਸ਼ੂ ਨੇ ਆਖਿਆ ਸੀ ਕਿ ਮੈਂ ਇੰਨੇ ਚਿਰ ਤੋਂ ਤੇਰੇ ਨਾਲ ਹਾਂ ਕਿ ਤੂੰ ਮੈਨੂੰ ਨਹੀਂ ਜਾਣਿਆ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭੈਣੇ, ਮੇਰੇ ਪਿਆਰੇ ਭੈਣੋ ਭਰਾਵੋ, ਕਿ ਬੇਸ਼ੱਕ ਤੁਸੀਂ ਕਿਤੇ ਵੀ ਜਾਂਦੇ ਰਹੇ ਹੋਵੋ, ਤੁਸੀਂ ਕਿਸੇ ਵੀ ਕਲੀਸਿਆ ਦੇ ਅੰਗ ਕਿਉਂ ਨਾ ਰਹੇ ਹੋਵੋ, ਪਰ ਅਗਰ ਤੁਸੀਂ ਹਜੇ ਤੱਕ ਯੀਸ਼ੂ ਨੂੰ ਨਹੀਂ ਪਛਾਣਿਆ,
ਤਾਂ ਤੁਹਾਡਾ ਅੱਜ ਤੱਕ ਦਾ ਭਗਤੀ ਕਰਨਾ ਵਿਅਰਥ ਸੀ। ਕੋਈ ਮਾਈਂਡ ਨਾ ਕਰੇ ਇਸ ਗੱਲ ਨੂੰ ਕਿ ਮੈਂ ਤੁਹਾਨੂੰ ਇਹ ਗੱਲ ਕਹੀ ਹੈ, ਕਿਉਂਕਿ ਇਸ ਸਮੇਂ ਤੁਹਾਨੂੰ ਪਤਾ ਚੱਲ ਰਿਹਾ ਹੈ ਕਿ ਅਸਲ ਵਿੱਚ ਤੁਹਾਡਾ ਮਿੱਤਰ ਕੌਣ ਹੈ, ਅਸਲ ਵਿੱਚ ਤੁਹਾਡਾ ਸਹਾਇਕ ਕੌਣ ਹੈ, ਅਸਲ ਵਿੱਚ ਕੌਣ ਹੈ ਜਿਹੜਾ ਤੁਹਾਡੇ ਨਾਲ ਸਦਾ ਰਹੇਗਾ। ਮੇਰੇ ਪਿਆਰੇ ਭੈਣੋ ਭਰਾਵੋ, ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ ਕਰੋ। ਮੈਂ ਚਾਹਨਾ ਕਿ ਜਦੋਂ ਵੀ ਇਹ ਲਾਕਡਾਊਨ ਖੁੱਲਦਾ ਤੁਸੀਂ ਆਓ ਔਰ ਪਰਮੇਸ਼ਰ ਦੇ ਵਚਨ ਦੇ ਦੁਆਰਾ ਤੁਸੀਂ ਸਿੱਖੋ ਇਹਨਾਂ ਗੱਲਾਂ ਨੂੰ। ਔਰ ਮੈਂ ਤੁਹਾਨੂੰ ਨਿਯੋਤਾ ਦਿੰਦਾ ਕਿ ਆਓ ਤੇ ਪਰਮੇਸ਼ਰ ਦੇ ਵਚਨ ਦੀ ਸਹੀ ਤਾਲੀਮ ਨੂੰ ਲਓ। ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਫਿਲਿੱਪੋਸ, ਐਨੇ ਚਿਰ ਤੋਂ ਮੈਂ ਤੇਰੇ ਨਾਲ ਹਾਂ। ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਮਸੀਹ ਵਿੱਚ ਨੇ ਔਰ ਉਹ ਅਜੇ ਵੀ ਮਸੀਹ ਨੂੰ ਨਹੀਂ ਪਹਿਚਾਨ ਪਾ ਰਹੇ। ਔਰ ਇਸ ਜਗ੍ਹਾ ਤੇ ਯੀਸ਼ੂ ਮਸੀਹ ਨੂੰ ਫਿਲਿੱਪੋਸ ਕਹਿ ਰਿਹਾ ਸੀ ਕਿ ਸਾਨੂੰ ਪਰਮੇਸ਼ਵਰ ਦੇ ਦਰਸ਼ਨ ਕਰਾ ਦੇ, ਤਾਂ ਮੈਂ ਸੈਟੀਸਫਾਈਡ ਹੋ ਜਾਵਾਂਗਾ, ਫਿਰ ਮੈਂ ਆਨੰਦਿਤ ਹੋ ਜਾਵਾਂਗਾ, ਫਿਰ ਮੈਂ ਖੁਸ਼ ਹੋ ਜਾਵਾਂਗਾ। ਔਰ ਯੀਸ਼ੂ ਮਸੀਹ ਨੇ ਕਿਹਾ ਸੀ ਕਿ ਐਨੇ ਚਿਰ ਤੋਂ ਮੈਂ ਤੇਰੇ ਨਾਲ ਹਾਂ ਕਿ ਤੂੰ ਮੈਨੂੰ ਨਹੀਂ ਜਾਣਿਆ। ਮੇਰੇ ਪਿਆਰੇ ਭੈਣੋ ਭਰਾਵੋ, ਪਰਮੇਸ਼ਵਰ ਅੱਜ ਵੀ ਸਾਡੇ ਨਾਲ ਹੈ। ਯੀਸ਼ੂ ਮਸੀਹ ਦੇ ਨਾਮ ਦਾ ਅਰਥ ਹੀ ਇਹ ਹੈ, ਪਰਮੇਸ਼ਵਰ ਸਾਡੇ ਸੰਗ, ਪਰਮੇਸ਼ਵਰ ਸਾਡੇ ਨਾਲ। ਅੱਜ ਤੁਹਾਡੇ ਨਾਲ ਕੌਣ ਹੈ ਮੇਰੇ ਪਿਆਰੇ ਭੈਣੋ ਭਰਾਵੋ? ਜਦੋਂ ਮੈਂ ਸਹੀ ਵਚਨ ਨੂੰ ਬੋਲਾਂਗਾ, ਬਹੁਤ ਸਾਰੇ ਲੋਕ ਨੇ ਜਿਹੜੇ ਇਸ ਵੀਡੀਓ ਨੂੰ ਡਿਲੀਟ ਕਰ ਦੇਣਗੇ, ਬਹੁਤ ਸਾਰੇ ਲੋਕ ਨੇ ਜਿਹੜੇ ਗਰੁੱਪਾਂ ਦੇ ਵਿੱਚੋਂ ਵੀ ਇਸ ਵੀਡੀਓ ਨੂੰ, ਤਾਂ ਕਿ ਕੋਈ ਸੁਣ ਨਾ ਲਵੇ, ਕਿਸ ਤੱਕ ਕਿ ਪਰਮੇਸ਼ਰ ਦਾ ਵਚਨ ਨਾ ਪਹੁੰਚ ਜਾਵੇ। ਬਹੁਤ ਸਾਰੇ ਲੋਕ ਇਹੋ ਜਿਹੇ ਪਾਸਟਰ ਵੀ ਹੋ ਸਕਦੇ ਨੇ ਜਿਹੜੇ ਪਰਮੇਸ਼ਰ ਦੇ ਸਹੀ ਵਚਨ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਰੋਕ ਸਕਦੇ ਨੇ। ਪਰ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਇਸ ਵਚਨ ਨੂੰ ਉਹਨਾਂ ਭੈਣਾਂ ਭਰਾਵਾਂ ਤੱਕ ਪਹੁੰਚਾਓ ਜਿਹੜੇ ਹਨੇਰੇ ਵਿੱਚ ਨੇ। ਯੀਸ਼ੂ ਨੂੰ ਜਾਣੋ, ਯੀਸ਼ੂ ਨੂੰ ਪਹਿਚਾਣੋ, ਯੀਸ਼ੂ ਵਿੱਚ ਜ਼ਿੰਦਗੀ ਹੈ। ਬਾਈਬਲ 'ਚ ਲਿਖਿਆ ਹੈ ਕਿ ਜਿਨ੍ਹਾਂ ਪ੍ਰਭੂ ਯੀਸ਼ੂ ਮਸੀਹ ਨੂੰ ਜਾਣਨਾ ਹੀ ਜ਼ਿੰਦਗੀ ਹੈ। ਅਨੰਤ ਜੀਵਨ ਪਰਮੇਸ਼ਰ ਨੂੰ ਜਾਣਨਾ ਹੀ ਹੈ। ਕਿ ਤੁਸੀਂ ਅੱਜ ਉਸ ਨੂੰ ਪਹਿਚਾਣਦੇ ਹੋ ਜਿਹੜਾ ਤੁਹਾਡੇ ਨਾਲ ਹੈ, ਜਿਹਨੇ ਤੁਹਾਡੇ ਲਈ ਕਰੂਸ ਉੱਤੇ ਆਪਣੀ ਜਾਨ ਦਿੱਤੀ ਸੀ, ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ, ਜਿਹੜਾ ਅੱਜ ਵੀ ਜਿਉਂਦਾ ਹੈ ਤੇ ਤੁਹਾਡੇ ਨਾਲ ਰਹਿਣਾ ਚਾਹੁੰਦਾ ਹੈ। ਉਹ ਪਰਮੇਸ਼ਵਰ, ਤੁਸੀਂ ਉਸ ਨੂੰ ਜਾਣੋ, ਉਸ ਨੂੰ ਪਹਿਚਾਣੋ। ਫਿਲਿੱਪੋਸ ਨੇ ਜਦੋਂ ਪਿਤਾ ਦੇ ਦਰਸ਼ਨ ਦੀ ਮੰਗ ਕੀਤੀ, ਯੀਸ਼ੂ ਨੇ ਕਿਹਾ ਸੀ ਕਿ ਜਿਹਨੇ ਮੈਨੂੰ ਦੇਖਿਆ ਹੈ ਉਹਨੇ ਪਰਮੇਸ਼ਰ ਨੂੰ ਵੇਖਿਆ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ ਕਿ ਸਾਰੀ ਸੰਪੂਰਨਤਾਈ, ਸਾਰੀ ਭਰਪੂਰੀ ਯੀਸ਼ੂ ਵਿੱਚ ਵਸਦੀ ਹੈ, ਮਸੀਹ ਵਿੱਚ ਵਸਦੀ ਹੈ। ਜਿਹੜਾ ਮਸੀਹ ਵਿੱਚ ਆ ਜਾਂਦਾ ਹੈ ਜਾਂ ਜਿਸ ਦੇ ਅੰਦਰ ਮਸੀਹ ਆ ਜਾਂਦਾ ਹੈ, ਮੇਰੇ ਪਿਆਰੇ ਭੈਣੋ ਭਰਾਵੋ, ਉਹ ਪਰਮੇਸ਼ਰ ਨੂੰ ਜਾਣ ਜਾਂਦਾ ਹੈ, ਉਹ ਭਰਪੂਰੀ ਨਾਲ ਭਰਪੂਰ ਹੋ ਜਾਂਦਾ ਹੈ। ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੂੰ ਵੇਖ ਸਕਦੇ ਹਾਂ ਜਿਹੜੀਆਂ ਸਾਨੂੰ ਇਸ ਗੱਲ ਦੇ ਬਾਰੇ ਨਿਯੋਤਾ ਦਿੰਦੀਆਂ ਨੇ ਕਿ ਅਸੀਂ ਮਸੀਹ ਨੂੰ ਪਹਿਚਾਣੀਏ ਔਰ ਉਸ ਦੀ ਭਰਪੂਰੀ ਨਾਲ ਭਰਪੂਰ ਹੋਈਏ। ਮੈਂ ਇੱਕ ਆਇਤ ਹੋਰ ਪੜ੍ਹਨਾ ਚਾਹਾਂਗਾ, ਯੂਹੰਨਾ ਦੇ ਇਸੇ 14 ਅਧਿਆਇ ਦੀ 17 ਆਇਤ, ਜਿੱਥੇ ਲਿਖਿਆ ਹੈ, ਅਰਥਾਤ ਸੱਚਾਈ ਦਾ ਆਤਮਾ ਜਿਹਨੂੰ ਜਗਤ ਨਹੀਂ ਪਾ ਸਕਦਾ, ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ, ਨਾ ਉਸ ਨੂੰ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਔਰ ਤੁਹਾਡੇ ਵਿੱਚ ਹੋਵੇਗਾ। ਇਸ ਵਚਨ ਨੂੰ ਬਿਲਕੁਲ ਦੁਆਰਾ ਫਿਰ ਵੇਖ ਸਕਦੇ ਹਾਂ। ਪਰਮੇਸ਼ਰ ਦਾ ਵਚਨ ਬਹੁਤ ਸਫਾਈ ਨਾਲ ਕਹਿੰਦਾ ਹੈ ਇਸ ਜਗ੍ਹਾ ਤੇ, ਅਰਥਾਤ ਸੱਚਾਈ ਦਾ ਆਤਮਾ ਜਿਹਨੂੰ ਜਗਤ ਨਹੀਂ ਪਾ ਸਕਦਾ, ਕਿਉਂ ਜੋ ਉਸ ਨੂੰ ਵੇਖਦਾ ਨਹੀਂ, ਨਾ ਉਸ ਨੂੰ ਜਾਣਦਾ। ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ। ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ। ਪਰਮੇਸ਼ਰ ਦਾ ਵਚਨ ਸਾਨੂੰ ਆਖਦਾ ਹੈ ਕਿ ਜਿਹੜਾ ਪਵਿੱਤਰ ਆਤਮਾ ਹੈ, ਉਹ ਜਗਤ ਉਸ ਨੂੰ ਨਹੀਂ ਜਾਣਦਾ, ਸੰਸਾਰ ਉਸ ਨੂੰ ਨਹੀਂ ਜਾਣਦਾ, ਸੰਸਾਰ ਦੇ ਲੋਕ ਉਸ ਨੂੰ ਨਹੀਂ ਜਾਣਦੇ, ਇਸ ਲਈ ਉਹ ਭਟਕ ਰਹੇ ਨੇ। ਪਰ ਤੁਸੀਂ ਨਾ ਭਟਕੋ। ਅੱਜ ਪ੍ਰਭੂ ਦੇ ਲੋਕ, ਬਹੁਤ ਸਾਰੇ ਲੋਕ ਨੇ ਜਿਹੜੇ ਕਹਿ ਰਹੇ ਨੇ ਸਾਡੇ ਕੋਲ ਇਹ ਨਹੀਂ ਹੈਗਾ, ਸਾਡੇ ਕੋਲ ਉਹ ਨਹੀਂ ਹੈਗਾ, ਬੜੀਆਂ ਮੁਸ਼ਕਲਾਂ ਦੇ ਵਿੱਚ, ਉਹ ਸਮੱਸਿਆਵਾਂ ਦੇ ਵਿੱਚ ਆਪਣੇ ਆਪ ਨੂੰ ਦੱਸ ਰਹੇ ਨੇ। ਜੇ ਤੁਸੀਂ ਆਪਣਾ ਧਿਆਨ ਪਰਮੇਸ਼ਰ ਦੇ ਵਚਨ ਤੇ ਲਿਆਓਗੇ, ਲਗਾਓਗੇ, ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਤੁਹਾਡੀ ਜ਼ਰੂਰਤ ਪਰਮੇਸ਼ਰ ਕਦੋਂ ਤੇ ਕਿੱਥੋਂ ਪੂਰੀ ਕਰ ਗਿਆ। ਪਰਮੇਸ਼ਰ ਦੇ ਲੋਕਾਂ ਨੂੰ ਕਦੀ ਥੋੜ੍ਹਾ ਜਿਹਾ ਘਾਟ ਨਹੀਂ ਆ ਸਕਦੀ। ਮੈਂ ਵਿਸ਼ਵਾਸ ਕਰਦਾ ਕਿ ਪਰਮੇਸ਼ਰ ਤੁਹਾਡੀ ਹਰ ਜ਼ਰੂਰਤ ਨੂੰ ਆਪਣੀ ਮਹਿਮਾ ਦੇ ਧਨ ਦੇ ਨਾਲ ਪੂਰੀ ਕਰੇਗਾ। ਸਭ ਤੋਂ ਵੱਡੀ ਗੱਲ, ਤੁਹਾਡੀ ਜਿਹੜੀ ਫਿਜ਼ੀਕਲ ਜ਼ਰੂਰਤ ਹੈ ਉਹ ਨਹੀਂ ਹੈ, ਤਾਂ ਸਭ ਤੋਂ ਵੱਡੀ ਜ਼ਰੂਰਤ ਤੁਹਾਡੀ ਸਪਿਰਿਚੁਅਲੀ ਜ਼ਰੂਰਤ ਹੈ। ਤੁਹਾਡੀ ਸਪਿਰਿਚੁਅਲੀ ਨੀਡ ਕੀ ਹੈ? ਪਰਮੇਸ਼ਰ ਦੀ ਭਰਪੂਰੀ ਨਾਲ ਭਰਪੂਰ ਹੋ ਜਾਓ। ਮੈਂ ਫਿਰ ਤੋਂ ਕਹਿਣਾ ਚਾਹਾਂਗਾ, ਪਰਮੇਸ਼ਰ ਦੀ ਭਰਪੂਰੀ ਨਾਲ, ਉਸ ਦੀ ਸਾਰੀ ਭਰਪੂਰੀ ਦੇ ਨਾਲ ਕੀ ਹੋ ਜਾਓ? ਭਰਪੂਰ ਹੋ ਜਾਓ। ਸਾਰੀ ਸੰਪੂਰਨਤਾਈ ਨਾਲ ਸੰਪੂਰਨ ਹੋ ਜਾਓ ਔਰ ਤੁਸੀਂ ਵੇਖੋਗੇ ਪਰਮੇਸ਼ਰ ਤੁਹਾਨੂੰ ਹਰ ਹਾਲਾਤ ਵਿੱਚ ਸੰਭਾਲ ਕੇ ਰੱਖੇਗਾ, ਤੁਹਾਡੀ ਹਰ ਜ਼ਰੂਰਤ ਨੂੰ ਆਪਣੀ ਮਹਿਮਾ ਨਾਲ ਪੂਰਾ ਕਰੇਗਾ। ਸਭ ਤੋਂ ਵੱਡੀ ਗੱਲ ਅੱਜ ਅਸੀਂ ਜਿਸ ਤੇ ਧਿਆਨ ਦੇ ਰਹੇ ਹਾਂ, ਲਾਸਟ ਵਨ ਉਸ ਆਇਤ ਦੇ ਵਿੱਚ ਇੱਕ ਵਾਰ ਫਿਰ ਧਿਆਨ ਲੈ ਕੇ ਜਾਈਏ, ਅਰਥਾਤ ਸੱਚਾਈ ਦਾ ਆਤਮਾ ਜਿਹਨੂੰ ਜਗਤ ਨਹੀਂ ਪਾ ਸਕਦਾ,
ਕਿਉਂਕਿ ਉਹ ਜਗਤ ਉਸ ਨੂੰ ਨਹੀਂ ਵੇਖਦਾ ਨਾ ਉਸ ਨੂੰ ਜਾਣਦਾ ਹੈ। ਤੁਸੀਂ ਜਾਣਦੇ ਹੋ ਕਿ ਪਵਿੱਤਰ ਆਤਮਾ ਦੇ ਬਾਰੇ ਗੱਲ ਕੀਤੀ ਜਾਂਦੀ ਹੈ। ਜਗਤ ਉਸ ਨੂੰ ਨਹੀਂ ਵੇਖਦਾ, ਔਰ ਮੈਂ ਤੁਹਾਨੂੰ ਫਿਰ ਤੋਂ ਕਹਿਣਾ ਚਾਹਾਂਗਾ, ਭੀੜਾਂ ਵੀ ਉਸ ਨੂੰ ਨਹੀਂ ਦੇਖਦੀਆਂ। ਜਿੱਥੇ ਜ਼ਿਆਦਾ ਲੋਕ ਕਹਿ ਰਹੇ ਨੇ ਕਿ ਅਸੀਂ ਭੀੜਾਂ ਦੇ ਵਿੱਚ ਜਾ ਰਹੇ ਹਾਂ, ਬਹੁਤ ਵੱਡੀਆਂ ਸੰਗਤਾਂ ਵਿੱਚ ਜਾ ਰਹੇ ਹਾਂ, ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਕਈ ਵਾਰ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਯਿਸੂ ਨੂੰ ਨਹੀਂ ਜਾਣਦੇ, ਪਵਿੱਤਰ ਆਤਮਾ ਨੂੰ ਨਹੀਂ ਜਾਣਦੇ। ਅੱਜ ਅਗਰ ਸੰਸਾਰਿਕ ਚੀਜ਼ਾਂ ਲਈ ਲੋਚ ਰਹੇ ਹੈ ਤਾਂ ਪ੍ਰਭੂ ਦੇ ਲੋਕ ਵੀ ਉਸੇ ਤਰ੍ਹਾਂ ਲੋਚ ਰਹੇ ਨੇ, ਤਾਂ ਤੁਹਾਡਾ ਤੇ ਉਹਨਾਂ ਦਾ ਕੋਈ ਫਰਕ ਨਹੀਂ। ਮੈਂ ਜਾਣਦਾ ਕਿ ਪਰਮੇਸ਼ਵਰ ਤੁਹਾਡੀ ਜ਼ਰੂਰਤ ਨੂੰ ਪੂਰਾ ਕਰੇਗਾ, ਔਰ ਅਸੀਂ ਭਰੋਸਾ ਰੱਖਦੇ ਹਾਂ ਉਸ ਪਰਮੇਸ਼ਵਰ ਤੇ, ਜਿਹੜਾ ਪਰਮੇਸ਼ਵਰ ਸਾਡੇ ਸਦਾ ਹੀ ਅੰਗ ਸੰਗ ਰਹਿੰਦਾ ਹੈ, ਕਦੀ ਵੀ ਛੱਡਦਾ ਨਹੀਂ, ਕਦੀ ਵੀ ਭੁੱਲਦਾ ਨਹੀਂ, ਕਦੀ ਵੀ ਤਿਆਗਦਾ ਨਹੀਂ। ਉਹ ਪਰਮੇਸ਼ਵਰ ਸਾਡੇ ਨਾਲ ਹੈ। ਪਵਿੱਤਰ ਆਤਮਾ ਜਿਹੜਾ ਤੁਹਾਡੇ ਨਾਲ ਹੈ। ਇਸ ਜਗਤ, ਇਸ ਵਚਨ 'ਚ ਦੇਖਿਆ ਕਿ ਜਗਤ ਉਸ ਨੂੰ ਨਹੀਂ ਜਾਣਦਾ, ਨਾ ਉਸ ਨੂੰ ਉਸਨੇ ਵੇਖਿਆ, ਕਿਉਂਕਿ ਉਹ ਉਸ ਨੂੰ ਨਹੀਂ ਜਾਣਦਾ। ਧਿਆਨ ਦਿਓ ਕਿਉਂ। ਉਸ ਤੋਂ ਬਾਅਦ ਲਿਖਿਆ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ। ਤੁਸੀਂ ਜਾਣਦੇ ਹੋ ਤੁਹਾਡੇ ਨਾਲ ਕੌਣ ਰਹਿੰਦਾ ਹੈ? ਤੁਹਾਡੇ ਨਾਲ ਪਵਿੱਤਰ ਆਤਮਾ ਰਹਿੰਦਾ ਹੈ। ਪਰਮੇਸ਼ਵਰ ਦਾ ਆਤਮਾ, ਸੱਚਾਈ ਦਾ ਆਤਮਾ, ਉਹ ਤੁਹਾਡੇ ਨਾਲ ਰਹਿੰਦਾ ਹੈ। ਕਿੰਨੇ ਜਾਣੇ ਇਸ ਗੱਲ ਦੇ ਵਿੱਚ ਆਨੰਦਿਤ ਨੇ ਕਿ ਉਹ ਪਰਮੇਸ਼ਵਰ ਤੁਹਾਡੇ ਨਾਲ ਹੈ, ਉਹ ਸੱਚਾਈ ਦਾ ਆਤਮਾ ਤੁਹਾਡੇ ਨਾਲ ਹੈ। ਤੁਸੀਂ ਸੱਚ ਬੋਲੋ, ਝੂਠ ਨਾ ਬੋਲੋ। ਕਈ ਲੋਕਾਂ ਦੇ ਕੋਲ ਕੁਝ ਹੈ, ਅੱਜ ਦੇ ਸਮੇਂ ਵਿੱਚ ਕੁਝ ਹੈ, ਪਰ ਫਿਰ ਬਾਹਰ ਲੋਕਾਂ ਨੂੰ ਦੱਸਦੇ ਨੇ ਸਾਡੇ ਘਰ ਕੁਝ ਵੀ ਨਹੀਂ ਹੈਗਾ। ਝੂਠ ਬੋਲ ਰਹੇ ਨੇ ਬਹੁਤ ਸਾਰੇ ਲੋਕ। ਉਹ ਸੱਚਾਈ ਦੇ ਆਤਮਾ ਨੂੰ ਨਹੀਂ ਜਾਣਦੇ। ਸੱਚਾਈ ਦਾ ਆਤਮਾ ਜਾਣਦਾ ਹੈ ਜਿਹੜਾ ਤੁਹਾਡੇ ਨਾਲ ਰਹਿੰਦਾ ਹੈ ਕਿ ਤੁਹਾਡੇ ਕੋਲ ਕੀ ਹੈ ਤੇ ਕੀ ਨਹੀਂ ਹੈ। ਕਈ ਲੋਕ ਵੈਸੇ ਹੀ ਕਹਿ ਰਹੇ ਨੇ ਕਿ ਸਾਡੇ ਕੋਲ ਨਹੀਂ ਹੈ। ਮੈਂ ਸੰਸਾਰ ਦੇ ਲੋਕਾਂ ਦੀ ਗੱਲ ਕਰ ਰਿਹਾ। ਸੰਸਾਰ ਦੇ ਲੋਕ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਹੁਤ ਕੁਝ ਪਿਆ ਹੈ, ਉਹ ਵੀ ਕਹਿ ਰਹੇ ਨੇ ਕਿ ਸਾਡੇ ਘਰ ਦੇ ਵਿੱਚ ਕੁਝ ਵੀ ਨਹੀਂ ਹੈ। ਕਈ ਲੋਕਾਂ ਨੇ 3-3 4-4 ਮਹੀਨੇ ਦਾ ਸਮਾਨ ਇਕੱਠਾ ਕਰਕੇ ਰੱਖ ਲਿਆ ਤੇ ਫਿਰ ਵੀ ਕਹਿ ਰਹੇ ਨੇ ਸਾਡੇ ਕੋਲ ਕੁਝ ਵੀ ਨਹੀਂ ਹੈ। ਤੁਸੀਂ ਧਿਆਨ ਦਿਓ ਉਸ ਵਚਨ ਤੇ, ਜਿਹੜਾ ਕਿ ਪੁਰਾਣੇ ਨਿਯਮ ਦੇ ਵਿੱਚ ਅਸੀਂ ਵੇਖਦੇ ਹਾਂ। ਪਰਮੇਸ਼ਵਰ ਕਦੀ ਵੀ ਸਾਡੇ ਮੂੰਹ ਚੋਂ ਇਹ ਨਹੀਂ ਸੁਣਨਾ ਚਾਹੁੰਦਾ ਕਿ ਅਸੀਂ ਇਹ ਕਹੀਏ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ, ਕਿਉਂਕਿ ਪਰਮੇਸ਼ਵਰ ਸਾਨੂੰ ਆਪਣੀ ਸਾਰੀ ਸੰਪੂਰਨਤਾ ਯਾਨੀ ਸਾਰੀ ਭਰਪੂਰੀ ਨਾਲ ਭਰਪੂਰ ਕਰਦਾ ਹੈ। ਕਦੀ ਵੀ ਸਾਡੇ ਕੋਲ ਇਹ ਸ਼ਬਦ ਨਹੀਂ ਹੋਣਾ ਚਾਹੀਦਾ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ। ਮੂਸਾ ਨੂੰ ਪਰਮੇਸ਼ਵਰ ਨੇ ਪੁੱਛਿਆ, ਮੂਸਾ ਤੇਰੇ ਕੋਲ ਕੀ ਹੈ? ਮੂਸਾ ਨੇ ਇਹ ਨਹੀਂ ਕਿਹਾ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ। ਮੂਸਾ ਨੇ ਆਖਿਆ ਕਿ ਪਰਮੇਸ਼ਵਰ ਮੇਰੇ ਕੋਲ ਲਾਠੀ ਹੈ। ਤੁਹਾਨੂੰ ਪਤਾ ਹੈ ਪਰਮੇਸ਼ਵਰ ਨੇ ਉਸੇ ਲਾਠੀ ਦੇ ਨਾਲ ਇਜ਼ਰਾਈਲੀਆਂ ਨੂੰ ਮਿਸਰ ਦੀ ਗੁਲਾਮੀ ਤੋਂ ਛੁਡਾ ਕੇ ਲਿਆਂਦਾ। ਉਹੀ ਲਾਠੀ ਸੱਪ ਬਣ ਗਈ, ਉਹੀ ਲਾਠੀ ਸਮੁੰਦਰਾਂ ਨੂੰ ਚੀਰਨ ਵਾਲੀ ਬਣ ਗਈ। ਉਹਨੇ ਨਹੀਂ ਕਿਹਾ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ। ਤੁਸੀਂ ਉਸ ਵਿਧਵਾ ਔਰ ਉਸ ਇੱਕ ਔਰਤ ਦੀ ਕਹਾਣੀ ਜਾਣਦੇ ਹੋ। ਬਾਈਬਲ ਦੇ ਵਿੱਚ ਲਿਖਿਆ ਹੈ, ਇੱਕ ਔਰਤ ਜਿਸ ਦੇ ਕੋਲ ਮੁੱਠੀ ਭਰ ਆਟਾ ਸੀ, ਕੁੱਪੀ 'ਚ ਥੋੜਾ ਜਿਹਾ ਤੇਲ ਸੀ, ਔਰ ਬਾਈਬਲ ਸਾਨੂੰ ਕੀ ਦੱਸਦੀ ਹੈ ਕਿ ਉਸ ਔਰਤ ਨੇ ਇਹ ਨਹੀਂ ਕਿਹਾ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ। ਸਾਡੇ ਕੋਲ ਅਗਰ ਪੂਰੀ ਡਰਮੀ ਵੀ ਭਰੀ ਹੋਏਗੀ ਤਾਂ ਅਸੀਂ ਕਵਾਂਗੇ ਕਿ ਸਾਡੇ ਕੋਲ ਨਹੀਂ ਹੈ, ਪਰ ਉਸ ਦੇ ਕੋਲ ਇੱਕ ਮੁੱਠੀ ਆਟੇ ਦੀ ਸੀ। ਪਰ ਉਸਨੇ ਉਹ ਵੀ ਪਰਮੇਸ਼ਵਰ ਦੇ ਦਾਸ ਨਾਲ ਝੂਠ ਨਹੀਂ ਬੋਲਿਆ ਕਿ ਮੇਰੇ ਕੋਲ ਨਹੀਂ ਹੈ। ਉਸਨੇ ਕਿਹਾ ਇੱਕ ਮੁੱਠੀ ਆਟੇ ਦੀ ਹੈ, ਕੁੱਪੀ ਵਿੱਚ ਥੋੜਾ ਜਿਹਾ ਤੇਲ ਹੈ। ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਦੀ ਭਰਪੂਰੀ ਨੇ ਉਸ ਨੂੰ ਕਿਸ ਤਰ੍ਹਾਂ ਭਰਪੂਰ ਕੀਤਾ। ਬਾਈਬਲ ਸਾਨੂੰ ਦੱਸਦੀ ਹੈ ਕਿ ਅਕਾਲ ਦੇ ਦਿਨਾਂ ਦੇ ਵਿੱਚ ਵੀ ਉਹ ਭਰਪੂਰ ਰਹੀ। ਉਹ ਇੱਕ ਮੁੱਠੀ ਆਟੇ ਦੀ ਮੁੱਕੀ ਨਹੀਂ, 3.5 ਸਾਲ ਉਸ ਵਿੱਚ ਬਰਕਤ ਪਰਮੇਸ਼ਵਰ ਨੇ ਪਾਈ, ਔਰ ਇੱਕ ਕੁੱਪੀ ਵਿੱਚ ਤੇਲ ਉਹ ਮੁੱਕਿਆ ਨਹੀਂ। ਧਿਆਨ ਨਾਲ ਸੁਣੋ, ਪਰਮੇਸ਼ਵਰ ਦਾ ਵਚਨ ਸਾਨੂੰ ਕੀ ਦੱਸਦਾ ਹੈ। ਤੁਸੀਂ ਉਦਾਹਰਨਾਂ ਅਗਰ ਤੁਸੀਂ ਸੁਣੋਗੇ, ਪੁਰਾਣੇ ਨਿਯਮ ਦੇ ਵਿੱਚ ਸੁਣਦੇ ਜਾਓਗੇ, ਤੁਸੀਂ ਹੈਰਾਨ ਹੋ ਜਾਓਗੇ। ਕਦੀ ਵੀ ਪਰਮੇਸ਼ਵਰ ਦੇ ਲੋਕਾਂ ਨੇ ਇਹ ਨਹੀਂ ਕਿਹਾ ਕਿ ਮੇਰੇ ਕੋਲ ਨਹੀਂ ਹੈ। ਪਰਮੇਸ਼ਵਰ ਨੇ ਉਸ ਵਿੱਚ ਜੋ ਕੁਝ ਉਹਨਾਂ ਦੇ ਕੋਲ ਸੀ ਬਰਕਤ ਦਿੱਤੀ। 5 ਰੋਟੀਆਂ 2 ਮੱਛੀਆਂ ਨਾਲ ਪ੍ਰਭੂ ਯਿਸੂ ਮਸੀਹ ਨੇ 5000 ਤੋਂ ਵੱਧ ਲੋਕਾਂ ਨੂੰ ਰਜਾਇਆ। ਮੈਂ ਭਰਪੂਰੀ ਦੀ ਗੱਲ ਕਰ ਰਿਹਾ ਮੇਰੇ ਭੈਣੋ ਭਰਾਵੋ। ਮੈਂ ਸੰਸਾਰਿਕ ਤੌਰ ਤੇ ਇਸ ਫਿਜ਼ੀਕਲੀ ਨੀਡਸ ਦੀ ਤੁਹਾਡੀ ਗੱਲ ਕਰ ਰਿਹਾ ਔਰ ਇਸ ਵਕਤ, ਔਰ ਮੈਂ ਚਾਹਨਾ ਕਿ ਤੁਸੀਂ ਸਪਿਰਿਚੁਅਲੀ ਅਗਰ ਭਰਪੂਰ ਹੋ ਜਾਓ, ਤੁਹਾਡੀ ਫਿਜ਼ੀਕਲੀ ਭਰਪੂਰੀ ਵੀ ਪਰਮੇਸ਼ਵਰ ਪੂਰੀ ਕਰ ਦੇਗਾ। ਪਰਮੇਸ਼ਵਰ ਤੇ ਵਿਸ਼ਵਾਸ ਕਰੋ। ਪ੍ਰਭੂ ਯਿਸੂ ਮਸੀਹ ਨੇ ਪੁੱਛਿਆ ਤੁਹਾਡੇ ਕੋਲ ਕੀ ਹੈ? ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਡੇ ਕੋਲ ਕੁਝ ਨਹੀਂ ਹੈ। ਉਹਨਾਂ ਨੇ ਬਾਈਬਲ ਸਾਨੂੰ ਦੱਸਦੀ ਕਿ 5 ਰੋਟੀਆਂ ਤੇ 2 ਮੱਛੀਆਂ ਦਾ ਜ਼ਿਕਰ ਕੀਤਾ ਗਿਆ ਹੈ। ਉਸ ਜਗ੍ਹਾ ਤੇ ਕਿਹਾ ਗਿਆ ਕਿ ਹੈ, ਸਾਡੇ ਕੋਲ ਕੁਝ ਤਾਂ ਹੈ। ਕਿਹਾ ਜਾ ਸਕਦਾ ਸੀ, ਸੋਚਿਆ ਜਾ ਸਕਦਾ ਸੀ ਕਿ ਇਹਦੇ ਨਾਲ ਕੀ ਬਣਨ ਵਾਲਾ ਸੀ। ਕਹਿ ਸਕਦੇ ਸਿੱਧਾ ਕਿ ਸਾਡੇ ਕੋਲ ਕੁਝ ਵੀ ਨਹੀਂ, ਅਸੀਂ ਉਸ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਸਕਦੇ ਸੀ। ਪਰ ਪ੍ਰਭੂ ਨੇ ਉਸ ਉੱਤੇ ਬਰਕਤ ਦਿੱਤੀ ਔਰ ਬਾਈਬਲ ਸਾਨੂੰ ਦੱਸਦੀ ਹੈ ਕਿ 5000 ਤੋਂ ਵੱਧ ਲੋਕ ਰੱਜ ਗਏ। ਔਰ ਉੱਥੇ ਤੁਸੀਂ ਇਹ ਵੀ ਦੇਖਿਆ ਹੈ
कि किन्ना बच गया। हालेलुया। साडा परमेश्वर वही परमेश्वर है जो भरपूर करने वाला परमेश्वर है, वो भरपूरी देने वाला परमेश्वर है। प्रभु के नाम नूं महिमा मिले। और अज परमेश्वर तुहानूं इन्हां वचनां दे राहीं आशीष देवे। और मैं चाहना कि तुसीं इस वचन ते एक बार फिर ध्यान दे लवो कि जगत पवित्र आत्मा नूं नहीं जानदा, संसार नहीं जानदा कि पवित्र आत्मा कौन है। वो पवित्र आत्मा का मजाक उड़ाउण वाले हो सकते हैं, पवित्र आत्मा के शब्दों को गलत तरह पेश करने वाले हो सकते हैं, या पवित्र आत्मा की गल ना मनण वाले हो सकते हैं। पर जेड़े तुसी परमेश्वर दे विच हो और परमेश्वर के वचनों ते विश्वास करते हो और विश्वास करते हो कि उहदे कोल सब कुछ संभव है, तो तुहाडे लई सब कुछ संभव कर देवेगा। प्रभु के नाम नूं महिमा मिले। इन्हां वचनां राहीं परमेश्वर तुहानूं बहुत ताकत दे नाल आशीष देवे। और मैं चाहना कि तुसी उसकी भरपूरी नाल भरपूर हो जाओ, उसकी सारी भरपूरी नाल भरपूर हो जाओ, ताकि तुहानूं किसी भी वस्तु की घाट ना होवे। तुहाडे अंदर अगर आनंद है, परमेश्वर का आनंद, तो वो तुहाडी ताकत बन जाएगा। आओ असीं उहदे चरनां दे विच झुक जाइए और उसकी हजूरी दे विच उसकी हजूरी नूं प्रेम करते हुए पवित्र आत्मा की भरपूरी नाल भरपूर हो जाइए। जगत उसनूं नहीं जानदा, पर वो तुहाडे नाल रहिंदा है और वो तुहाडे विच होवेगा। बाइबल सानूं दसदी है। आओ असीं प्रार्थना करिए। महान पिता, मैं धन्नवाद, तेरा शुक्र, तेरी महिमा, तेरी वडियाई करदा हाँ। दयालु परमेश्वर, सचमुच तू सानू कदे भी कल्ले नहीं छड़दा, कदी भी अनाथ नहीं छड़दा, कदी भी प्यारे प्रभु इस जगत विच सानू कल्ले नहीं छड्डिया। साडे लई सहायक दिता पवित्र आत्मा। धन्नवाद करते हैं प्यारे पिता, तेरी मदद लई, तेरी सहायता दे लई, तेरी भरपूरी दे लई कि महान प्रभु तू सानू खाली नहीं छड़दा, तू सानू अनाथ नहीं छड़दा। तेरा धन्नवाद करते हैं प्यारे पिता, इस वक्त जेड़े तेरी भरपूरी नाल भरपूर होना चाहते हैं, असीं चाहुंदे हां प्यारे पिता परमेश्वर कि अज ये पवित्र आत्मा नाल भरपूर हो जाण। तेरा वचन कहता है कि आत्मा नाल भरपूर होंदे जाओ। जीवत परमेश्वर, असीं बेनती करते हाँ कि एक वड्डी गवाही दे नाल तुहाडी हजूरी विच खड़े हो सकण कि जदों सारा संसार मुश्किलां दे विच सी, पर मेरे नाल परमेश्वर खड़ा सी और मेरे परमेश्वर ने मेरी सारी जरूरत नूं पूरा कीता। प्यारे पिता परमेश्वर, अज मैं बेनती करदा कि इन्हां दा भरोसा मनुखां दे उत्ते नहीं पर तेरे उत्ते होवे। प्यारे प्रभु जी, असीं विश्वास करते हाँ कि इन्हां आखिरी दिनां दे विच जिहड़ा कोई प्रभु दा नाम लएगा वही बचाया जाएगा। और असीं प्रार्थना करते हाँ कि ये तेरी भरपूरी नाल, आत्मा की भरपूरी दे नाल, पवित्र आत्मा दे नाल भरपूर होंदे जाण। महिमा और आदर तुहानूं मिले। प्रभु यीशु दे जिउंदे ते पवित्र नाम विच मंगदे हाँ, आमीन। गॉड ब्लेस यू। प्रभु तुहानूं सारिआं नूं आशीष देवे, बरकत देवे। और मैं चाहुंदा कि तुसीं इस वचन नूं शेयर करो और बहुत सारे भैणां भरावां तक पहुँचाओ, ताकि प्रभु के नाम नूं महिमा मिले। अगर तुसीं इस चैनल नूं सबसक्राइब नहीं कीता तां करो, ताकि वचन तुहाडे तक पहुँचते रहन और प्रभु के नाम नूं महिमा मिलती रहे। जय मसीह दी।